शंभू मोर्चे दरम्यान ਤੁਸੀਂ ਦੀਪ ਸਿੱਧੂ ਨਾਲ ਮੁਲਾਕਾਤ ਵੀ ਕੀਤੀ, ਬੈਠੇ ਵੀ ਰਹੇ ਹੋ, 5 ਮੈਂਬਰ ਦੀ ਕਮੇਟੀ ਵੀ ਸੀ, ਸ਼ਾਮਲ ਹੈਗੇ ਸੀ, ਕਿਤੇ ਲੱਗਾ ਕਿ ਆਰਐਸਐਸ ਬੀਜੇਪੀ ਦਾ ਬੰਦਾ ਤੁਸੀਂ ਦੀਪ ਸਿੱਧੂ ਦੇ ਪੂਰੇ ਹੱਕ ਵਿੱਚ ਹੋ? ਮੈਂ ਦੀਪ ਸਿੱਧੂ ਦੇ ਹੱਕ ਵਿੱਚ ਨਹੀਂ ਹੈ ਕਿ ਜੋਗਾ ਸਿੰਘ ਨੇ ਸ਼ੰਭੂ ਮੋਰਚੇ ਦੇ ਉੱਥੇ ਦਬਾਅ ਪਾਇਆ ਕਮੇਟੀ ਦੇ ਉੱਤੇ ਕਿ ਸਿਆਸੀ ਪਾਰਟੀ ਕੱਢੀ ਇੱਥੋਂ ਹੀ ਥਰਡ ਜਿਹੜਾ ਉਹ ਪਾਰਟੀ ਕੱਢੀ ਹੈ, ਵੀ ਲੋਕਾਂ ਦੇ ਸੁਝਾਅ ਆ ਗਏ ਨੇ, ਹੁਣ ਤੁਸੀਂ ਜ਼ੋਰ ਪਾਇਆ ਸੀ ਦੀਪ ਸਿੱਧੂ? ਮੇਰੇ ਇਕੱਲੇ ਦਾ ਕੋਈ ਜ਼ੋਰ ਨਹੀਂ ਸੀਗਾ ਜੀ, ਨਾ ਦੀਪ ਸਿੱਧੂ ਇੰਨਾ ਨਿਆਣਾ ਹੈ, ਨਾ ਸਾਡੇ ਨਾਲ ਦੇ ਜਿਹੜੇ ਮੈਂਬਰ ਹੈ ਉਹ ਇੰਨੇ ਨਿਆਣੇ ਸੀਗੇ। ਦੀਪ ਸਿੱਧੂ ਸਾਤੋਂ ਇੱਕ ਕਮਿਟਮੈਂਟ ਕਰਕੇ ਲੈ ਕੇ ਗਿਆ ਸੀ ਕਿ ਤੁਸੀਂ ਇੱਕ ਅਜਿਹੀ ਕੋਈ ਸਿਆਸੀ ਪਾਰਟੀ ਬਣਾਓ ਜਿਹਦੇ ਵਿੱਚ ਇੱਕ ਆਪਾਂ ਅਜਿਹੀ ਬਾਡੀ ਬਣਾਈਏ ਜਿਹਦੇ ਵਿੱਚ ਚੰਗੇ ਰਿਟਾਇਰ ਵਧੀਆ ਆਫੀਸਰ ਹੋਣ। ਸੁਖਪਾਲ ਖਹਿਰਾ ਦਾ ਜ਼ਿਕਰ ਆਉਂਦਾ, ਉਹਦੇ ਘਰ ਗਏ ਸੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ। ਸੁਖਪਾਲ ਖਹਿਰਾ ਸਾਹਿਬ ਦੇ ਘਰੇ ਮੈਂ ਵੈਸੇ ਪਹਿਲਾਂ ਵੀ ਕਿਤੇ ਗਿਆ ਹਾਂ। ਦੀਪ ਸਿੱਧੂ ਨਾਲ ਗਏ ਸੀ 25-26 ਤੋਂ ਪਹਿਲਾਂ? ਮੇਰੇ ਇੰਨਾ ਯਾਦ ਨਹੀਂ, ਡੇਟਾ ਮੇਰੇ ਯਾਦ ਨਹੀਂ ਹੈ। ਸ਼ੰਭੂ ਮੋਰਚਾ ਲਗਾਉਣ ਦੀ ਪਲੈਨਿੰਗ ਕੀਤੀ ਸੀ? ਸ਼ੰਭੂ ਮੋਰਚਾ ਲਗਾਇਆ ਕਿਉਂ ਗਿਆ, ਕਿਹੜੀ ਸ਼ਰਤਾਂ ਤੇ ਲੱਗਿਆ, ਕੌਣ ਵਿਅਕਤੀ ਨੇ ਤੁਹਾਨੂੰ ਅਪਰੋਚ ਕੀਤੀ ਵੀ ਸ਼ੰਭੂ ਮੋਰਚਾ ਲਗਾਉਣਾ ਚਾਹੀਦਾ ਹੈ? ਸ਼ੰਭੂ ਮੋਰਚੇ ਲਈ ਜਗ੍ਹਾ ਦੇਖਣ ਵਾਸਤੇ ਕਿਹੜੇ ਤੁਹਾਡੇ ਲੋਕ ਮੌਜੂਦ ਸਨ? ਸ਼ੰਭੂ ਮੋਰਚਾ ਨਹੀਂ ਲਗਾਉਣਾ ਸੀ, ਮੁਹਾਲੀ ਲਗਾਉਣਾ ਸੀ। ਇਹ ਗੱਲ ਸਹੀ ਹੈ ਕਿ ਮੁਹਾਲੀ ਮੋਰਚਾ ਲੱਗਣਾ ਸੀ, ਸ਼ੰਭੂ ਨਹੀਂ ਲੱਗਣਾ ਸੀ? ਸ਼ੰਭੂ ਮੋਰਚੇ ਤੋਂ ਪਹਿਲਾਂ ਹੀ ਕੀ ਸਿਆਸੀ ਪਾਰਟੀ ਨਿਕਲਣ ਦੀ ਕੋਈ ਗੱਲਬਾਤ ਹੋਈ ਸੀ? ਇਸ ਉੱਪਰ ਬੜੀ ਚਰਚਾ ਚੱਲਦੀ ਪਈ ਹੈ। ਫਿਰ ਬਾਅਦ ਚ 26 ਅਕਤੂਬਰ ਨੂੰ ਮੀਟਿੰਗ 'ਚ ਕਿਉਂ ਕਿਹਾ ਜਾਂਦਾ ਕਿ ਤੀਜੀ ਤੇ ਕੱਢੀ ਜਾਵੇ, ਸਾਰਿਆਂ ਨੂੰ ਮੰਚ ਦੇ ਦੇਣਾ ਕਿ ਮੰਚ ਸਾਂਭਿਆ ਨਹੀਂ ਜਾਂਦਾ ਸੀ ਸ਼ੰਭੂ ਦਾ? ਜਿਹੜੀ 5 ਮੈਂਬਰ ਕਮੇਟੀ ਬਣੀ ਸੀ, ਤੁਹਾਡਾ ਵੀ ਉਹਦੇ 'ਚ ਨਾਮ ਆਉਂਦਾ ਕਿ ਉਹ ਬਰਕਰਾਰ ਹੈਗੀ ਕਿ ਟੁੱਟ ਗਈ ਹੈ? 5 ਮੈਂਬਰੀ ਜਿਹੜੀ ਤੁਸੀਂ ਕਮੇਟੀ ਦੀ ਗੱਲ ਕਰਦੇ ਆ, ਉਹ ਤਾਂ ਜਿੰਨੀ ਦੇਰ ਅਸੀਂ ਸ਼ੰਭੂ ਮੋਰਚਾ ਚਲਾ ਕੇ ਰੱਖਿਆ ਸੀ, ਉਹਦੇ ਪ੍ਰਬੰਧਕ ਨਾਰਮਲ ਆਮ ਸੀਗੇ। ਫਿਰ ਲੱਖੇ ਸਿਧਾਣੇ ਨੂੰ ਸ਼ੰਭੂ ਮੋਰਚੇ ਸ਼ਾਮਲ ਕਿਉਂ ਨਹੀਂ ਕੀਤਾ ਗਿਆ? ਜੇ ਉਹ ਲਾਈਵ ਹੁੰਦਾ, ਲਾਈਵ ਹੋ ਕੇ ਦੀਪ ਸਿੱਧੂ ਆਪਣੇ ਆਪ ਨੂੰ ਕਿਉਂ ਡੈਮੇਜ ਕਰਦਾ, ਇਹ ਜਾਂਚ ਦਾ ਵਿਸ਼ਾ ਹੈ। ਸਾਰੇ ਸਿੰਗਰ ਮਾੜੇ ਨਹੀਂ, ਸਾਰੇ ਚੰਗੇ ਨਹੀਂ। ਜਿਹੜਾ ਜਲੂਸ ਤੁਹਾਡਾ ਮੈਂ ਕਿਸਾਨ ਭਵਨ 'ਚ ਦੇਖਿਆ ਹੈ, ਤੁਸੀਂ ਤਾਂ ਮੈਕ ਖੋਹਣ ਵਾਸਤੇ ਇੱਕ ਦੂਏ ਤੇ ਅੱਗੇ ਪਿੱਛੇ ਹੋ ਰਹੇ ਸੀ। ਜਦੋਂ ਤੁਹਾਡੀ ਕਿਸਾਨ ਭਵਨ ਮੀਟਿੰਗ ਹੋਈ ਹੈ ਕਿਸਾਨ ਆਗੂਆਂ ਦੇ ਨਾਲ, ਰੋਜ਼ ਬਾਈ ਜੀ ਲਾਈਵ ਹੋ ਜਾਂਦੇ ਆ। ਇਹ ਲਾਈਵ ਵੀ ਕਿਤੇ ਨਾ ਕਿਤੇ ਸਾਨੂੰ ਮਰਵਾ ਦਿੰਦਾ ਹੈ ਬਾਅਦ ਦੇ ਵਿੱਚ। ਦੀਪ ਸਿੱਧੂ ਲਾਈਵ ਹੋਇਆ ਸੀ, ਬਿਲਕੁਲ ਉਹਦੀ ਗਲਤੀ ਹੈ। ਤੁਸੀਂ ਡੈਮੇਜ ਦੀ ਗੱਲ ਕੀਤੀ ਹੈ ਵੀ ਦੋਨੋਂ ਡੈਮੇਜ ਕੀਤਾ ਗਿਆ 26 ਜਨਵਰੀ ਨੂੰ, ਇਹ ਸਿਆਸਤ ਹੋ ਸਕਦੀ ਹੈ? 26 ਜਨਵਰੀ ਨੂੰ ਨਿਸ਼ਾਨ ਸਾਹਿਬ ਦੀ ਗੱਲ ਕਰਕੇ ਉਸੇ ਦਿਨ ਤੋਂ ਬਾਅਦ ਬਾਦਲ ਦਲੀਆਂ ਦਾ ਜਾਣਾ ਧਰਨੇ 'ਚ ਸ਼ੁਰੂ ਹੋ ਜਾਂਦਾ ਹੈ। ਇੰਟਰਵਿਊ ਜਿੰਨੀ ਵੀ ਦੀਪ ਦੇ ਬਾਰੇ ਜਾਂ ਲੱਖੇ ਦੇ ਬਾਰੇ ਹੋ ਰਹੀ ਹੈ, ਸਾਰੀ ਉਹਨਾਂ ਚੈਨਲਾਂ ਤੇ ਹੋ ਰਹੀ ਹੈ ਜਿਹਦੇ ਕਿਤੇ ਨਾ ਕਿਤੇ ਲਿੰਕ ਬਾਦਲਾਂ ਨਾਲ ਜੁੜਦੇ ਆ। ਡੈਮੇਜ ਕੌਣ ਕਰ ਰਿਹਾ ਜੀ? ਤੁਹਾਨੂੰ ਲੱਗਦਾ ਜੋ 5 ਮੈਂਬਰ ਕਮੇਟੀ ਬਣੀ ਸੀ, ਸ਼ੰਭੂ ਦੀ ਸਪੋਰਟ ਕਰਨੀ ਚਾਹੀਦੀ ਦੀਪ ਸਿੱਧੂ ਨੂੰ? ਤੁਹਾਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ। ਮੁਲਾਕਾਤਾਂ ਦਿੱਲੀ ਵਿੱਚ ਹੀ ਮੁਲਾਕਾਤਾਂ ਕਰਨੀ ਚਾਹੀਦੀਆਂ। 26 ਤੋਂ ਬਾਅਦ 26 ਤੋਂ ਲੈ ਕੇ 3 ਅਕਤੂਬਰ ਤੱਕ ਜਿਹੜੇ ਬੰਦੇ ਨਾਲ ਹੈਗੇ ਸੀ, ਜਿਹੜੀ ਸਟੇਜਾਂ ਦੇਖਣ ਗਏ ਸੀ, ਸਟੇਜ ਕਿੱਥੇ ਲਾਣੀ ਸ਼ੰਭੂ ਦੀ, ਕਿ ਵਾਕਈ 3 ਜਾਂ 4 ਤਰੀਕ ਤੱਕ ਸਾਥ ਛੱਡ ਗਏ ਸੀ, ਵਾਪਸ ਆ ਗਏ ਤਾਂ ਨਾਲ ਚੱਲੋਗੇ ਦੀਪ ਸਿੱਧੂ ਦੇ? ਤੀਜਾ ਤੇ ਬਣਾਓਗੇ? ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਜਦੋਂ ਵਿਅਕਤੀ ਕੋਈ ਕਿਸੇ ਚੀਜ਼ ਹਿੱਸਾ ਲੈਂਦਾ, ਜਦੋਂ ਜਾਂਦਾ, ਉਹਦੀ ਪਛਾਈ ਪਿੱਛੇ ਰਹਿ ਜਾਂਦੀ ਹੈ। ਗੱਲ ਆਪਾਂ ਪਛਾਈ ਸ਼ੰਭੂ ਮੋਰਚੇ ਦੀ ਕਰਾਂਗੇ। ਸ਼ੰਭੂ ਮੋਰਚੇ ਤੋਂ ਲੈ ਕੇ ਦਿੱਲੀ ਦਾ ਸਫ਼ਰ ਜਿਹੜਾ ਹੈ, ਉਸ ਵਿੱਚ ਬਹੁਤ ਗੱਲਾਂ ਨੇ, ਬਹੁਤ ਘਟਨਾਵਾਂ ਵੀ ਹੈਗੀਆਂ ਨੇ, ਬਹੁਤ ਲੋਕੀ ਜੁੜੇ ਵੀ ਨੇ, ਲੋਕੀ ਛੱਡ ਕੇ ਵੀ ਚਲੇ ਗਏ। ਸ਼ੰਭੂ ਮੋਰਚੇ ਦਾ ਜਦੋਂ ਕਿਸਾਨੀ ਮੋਰਚੇ ਦਾ ਜ਼ਿਕਰ ਆਉਂਦਾ ਜਾਂ ਦਿੱਲੀ ਵਿੱਚ ਮੋਰਚਾ ਲੱਗਦਾ ਤਾਂ ਸ਼ੰਭੂ ਮੋਰਚੇ ਦਾ ਜ਼ਿਕਰ ਵੀ ਆਉਂਦਾ ਕਿ ਸ਼ੰਭੂ ਮੋਰਚਾ ਜੋ ਕਿ 56 ਦਿਨ ਲਗਭਗ ਚੱਲਿਆ ਸੀ, ਉਸ ਨੂੰ ਲੈ ਕੇ ਬੜੀ ਚਰਚਾ ਚੱਲਦੀ ਰਹੀ ਹੈ। ਹਰ ਇੱਕ ਵਿਅਕਤੀ ਉੱਥੇ ਬੋਲਣਾ ਚਾਹੁੰਦਾ ਸੀ। ਤੀਜੀ ਧਿਰ ਦੀ ਵੀ ਗੱਲ ਹੁੰਦੀ ਹੈ। 26 ਅਕਤੂਬਰ ਨੂੰ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ, ਉਸ ਵਿੱਚ ਵੀ ਤੀਜੀ ਧਿਰ ਬਾਰੇ ਗੱਲਬਾਤ ਕੀਤੀ ਜਾਂਦੀ ਹੈ। ਸਵਾਲ ਉੱਠਣ ਲੱਗ ਪੈਂਦੇ ਨੇ ਕਿ ਦੀਪ ਸਿੱਧੂ ਨੂੰ ਕਿਸੇ ਸਿਆਸੀ ਪਾਰਟੀ ਨੇ ਇੱਥੇ ਭੇਜਿਆ। ਇਹ ਵੀ ਸਵਾਲ ਚੁੱਕਿਆ ਜਾਂਦਾ ਹੈ ਕਿ ਦੀਪ ਸਿੱਧੂ ਨੂੰ ਇੱਥੇ ਲੈ ਕੇ ਕੌਣ ਆਇਆ। ਸਵਾਲ ਕਈ ਨੇ, ਪਰ ਜਵਾਬ ਜਿਹੜੇ ਨੇ ਉਹ ਵੀ ਧੁੰਦਲੇ ਨਜ਼ਰ ਆਉਂਦੇ ਨੇ। ਸਭ ਤੋਂ ਵੱਡਾ ਸਵਾਲ ਹੈ ਕਿ ਵਾਕਈ ਹੀ ਦੀਪ ਸਿੱਧੂ ਇੱਕ ਮੋਹਰੇ ਵਜੋਂ ਪੇਸ਼ ਕੀਤੇ ਗਏ ਨੇ, ਇੱਕ ਮੋਹਰਾ ਫਿੱਟ ਕੀਤਾ ਗਿਆ ਪੰਜਾਬ 'ਚ, ਜਾਂ ਵਾਕਈ ਦੀਪ ਸਿੱਧੂ ਜਿਹੜੇ ਨੇ ਉਹ ਪੰਜਾਬ ਨੂੰ ਜਾਣਨਾ ਚਾਹੁੰਦੇ ਸੀ, ਪੰਜਾਬ ਦੇ ਲੋਕਾਂ ਦੀ ਗੱਲ ਕਰਨਾ ਚਾਹੁੰਦੇ ਸੀ। ਦੂਸਰੇ ਪਾਸੇ ਗੱਲ ਕਰਾਂਗੇ ਸਿਆਸੀ ਪਾਰਟੀ ਦੀ। ਸਿਆਸੀ ਪਾਰਟੀ ਵਿੱਚ ਵੀ ਕਈਆਂ ਨੇ ਹਾਮੀ ਭਰੀ ਸੀ ਕਿ ਜੇ ਦੀਪ ਸਿੱਧੂ ਤੀਜੇ ਧਿਰ ਵੱਲੋਂ ਆਉਂਦੇ ਨੇ, ਅਸੀਂ ਇਸ ਚੀਜ਼ ਲੈ ਕੇ ਹਾਮੀ ਭਰਦੇ ਹਾਂ। ਸ਼ੰਭੂ ਮੋਰਚੇ ਉੱਤੇ 5 ਮੈਂਬਰ ਕਮੇਟੀ ਬਣਾਈ ਜਾਂਦੀ ਹੈ। 5 ਮੈਂਬਰ ਕਮੇਟੀ ਦੇ ਵਿੱਚੋਂ ਜੋਗਾ ਚੱਪੜ ਜੋ ਕਿ ਉਹ ਵੀ ਮੌਜੂਦ ਹੁੰਦੇ ਨੇ, ਸਾਡੇ ਮੌਜੂਦ ਨੇ ਜੋਗਾ ਚੱਪੜ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਵੱਡਾ ਜੋ ਸਵਾਲ ਹੈ ਕਿ ਦੀਪ ਸਿੱਧੂ ਕੀ ਇੱਕ ਸਿਆਸੀ ਮੋਹਰੇ ਨੇ, ਕੀ ਸਿਆਸੀ ਮੋਹਰੇ ਵਜੋਂ ਫਿੱਟ ਕੀਤੇ ਗਏ ਨੇ? 2022 ਦੇ ਵਿੱਚ ਚੋਣਾਂ ਹੈਗੀਆਂ ਨੇ ਇੱਥੇ ਪੂਰੇ ਭਾਰਤ ਦੇ ਵਿੱਚ। ਆਪਾਂ ਜਿਸ ਤਰੀਕੇ ਨਾਲ ਦੇਖਦੇ ਸੀ ਕਿ ਬੀਜੇਪੀ ਜੋ ਹੈ ਆਪਣਾ ਪ੍ਰਚਾਰ ਕਰ ਰਹੀ ਹੈ ਕਿ ਬੀਜੇਪੀ ਪੰਜਾਬ 'ਚ ਵਾਂਝੀ ਰਹਿ ਗਈ ਸੀ, ਇਸ ਲਈ ਦੀਪ ਸਿੱਧੂ ਨੂੰ ਉਤਾਰਿਆ ਗਿਆ। ਸਵਾਲ ਕਈ ਨੇ, ਜਵਾਬ ਧੁੰਦਲੇ ਨੇ। ਜੋਗਾ ਚੱਪੜ ਨਾਲ ਗੱਲਬਾਤ ਕਰਾਂਗੇ। ਜੋਗੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਸਵਾਲ ਮੇਰਾ ਪਹਿਲਾਂ ਇਹੀ ਹੈ, ਆਪਾਂ ਸ਼ੰਭੂ ਤੋਂ ਗੱਲ ਕਰਾਂਗੇ। ਸ਼ੰਭੂ ਮੋਰਚਾ ਲਗਾਉਣ ਦੀ ਪਲੈਨਿੰਗ ਕੀਤੀ ਸੀ? ਸ਼ੰਭੂ ਮੋਰਚਾ ਲਗਾਇਆ ਕਿਉਂ ਗਿਆ? ਕਿਹੜੀ ਸ਼ਰਤਾਂ ਤੇ ਲੱਗਿਆ? ਉਹ ਲਗਾਉਣ ਵਿੱਚ ਸਭ ਤੋਂ ਮੋਹਰੇ ਕਿਉਂ ਸੀ? ਕਿਉਂਕਿ ਸਵਾਲ ਤੁਹਾਨੂੰ ਇਸ ਲਈ ਹੋ ਰਹੇ ਨੇ, ਤੁਸੀਂ ਸ਼ੰਭੂ ਮੋਰਚੇ ਦੇ 5 ਮੈਂਬਰ ਕਮੇਟੀ ਦੇ ਸੀ। ਨਹੀਂ, ਜਿਹੜਾ ਸ਼ੰਭੂ ਮੋਰਚਾ ਹੈ, ਅਸਲ ਤਾਂ ਇਹ ਜਿਹੜੇ ਕਿਸਾਨੀ ਦੇ ਬਿੱਲ ਆਏ ਹੈ, ਕਾਲੇ ਕਾਨੂੰਨ ਬਣੇ ਹੈ, ਇਹਨਾਂ ਦੇ ਅਗੇਂਸਟ ਸਾਰੇ ਪੰਜਾਬ ਦੇ ਵਿੱਚ ਹੀ ਪ੍ਰੋਟੈਸਟ ਸ਼ੁਰੂ ਹੋ ਰਹੇ ਸੀ ਤੇ ਇਹਨਾਂ ਦੇ ਖਿਲਾਫ ਇਹ ਸ਼ੰਭੂ ਮੋਰਚਾ ਲਾਇਆ ਗਿਆ ਸੀਗਾ। ਕੋਈ ਇਹੋ ਜਿਹਾ ਵੱਖਰਾ ਮੰਤਵ ਜਾਂ ਵੱਖਰਾ ਵਿਸ਼ਾ ਨਹੀਂ ਸੀਗਾ ਕਿ ਇਹ ਸ਼ੰਭੂ ਮੋਰਚਾ ਲਾਇਆ ਜਾਣਾ ਹੈ। ਤੇ ਜਦੋਂ ਸ਼ੰਭੂ ਮੋਰਚਾ ਲੱਗ ਗਿਆ ਤਾਂ ਇਹਦੇ ਉੱਤੇ ਜਿੰਨੇ ਵੀ ਪੰਜਾਬ ਭਰ ਤੋਂ ਵੱਖੋ ਵੱਖਰੀ ਕਿਸਮ ਦੇ ਬੁਲਾਰੇ ਆਏ ਤਾਂ ਉਹਨਾਂ ਨੇ ਸਾਰਾ ਜਿਹੜਾ ਫੋਕਸ ਹੈ ਆਪਣਾ ਉਹ ਕਿਸਾਨੀ ਬਿੱਲਾਂ ਦੇ ਉੱਤੇ ਹੀ ਰੱਖਿਆ। ਤੇ ਮੈਂ ਕਹਿ ਸਕਦਾ ਹਾਂ ਕਿ ਸ਼ੰਭੂ ਮੋਰਚੇ ਦਾ ਕੋਈ ਵੱਖਰਾ ਕੋਈ ਅਜਿਹਾ ਵਿਸ਼ਾ ਨਹੀਂ ਸੀ ਕਿ ਕਿਸ ਕਾਰਨ ਲਾਇਆ। ਉਹ ਕੇਵਲ ਤੋਂ ਕੇਵਲ ਕਿਸਾਨੀ ਬਿੱਲਾਂ ਕਰਕੇ ਹੀ ਲਾਇਆ ਗਿਆ। ਔਰ ਪੰਜਾਬ ਦੇ ਇੰਨਾ ਕੁ ਜ਼ਰੂਰ ਹੈ ਕਿ ਸ਼ੰਭੂ ਮੋਰਚੇ ਦੇ ਉੱਤੇ ਆਉਣ ਵਾਲਾ ਬੁਲਾਰਾ ਜਾਂ ਅਸੀਂ ਸਾਰੇ ਕਿਸਾਨੀ ਬਿੱਲਾਂ ਦੇ ਨਾਲ ਪੰਜਾਬ ਦੀਆਂ ਜੋ ਮੌਜੂਦਾ ਹੁਣ ਦੇ ਹਾਲਾਤ ਹੈ ਜਾਂ ਹੋਰ ਵੀ ਸਮੱਸਿਆਵਾਂ ਹੈ, ਅਸੀਂ ਉਹਨਾਂ ਨੂੰ ਵੀ ਆਭਾਰ ਦਿੰਦੇ ਸੀਗੇ। ਇਹ ਇਸ ਕਰਕੇ ਸ਼ੰਭੂ ਮੋਰਚਾ ਇੱਕ ਥੋੜ੍ਹਾ ਜਿਹਾ ਉਹਨਾਂ ਨਾਲੋਂ ਵੱਖਰਾ ਬਾਕੀ ਮੋਰਚਿਆਂ ਤੋਂ ਵੀ ਲੋਕਾਂ ਦੇ ਨਜ਼ਰਾਂ 'ਚ ਆ ਰਿਹਾ ਸੀਗਾ ਜੀ। ਸਵਾਲ ਇਸ ਕਰਕੇ ਹੋ ਰਿਹਾ ਕਿਉਂਕਿ ਆਪਾਂ ਦੇਖਿਆ ਸੀ ਕਿ ਦੀਪ ਸਿੱਧੂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ, ਅਮਿਤ ਸ਼ਾਹ ਨਾਲ ਹੀ ਫੋਟੋਆਂ ਵਾਇਰਲ ਹੋ ਰਹੀਆਂ ਨੇ। ਕਿ ਤੁਹਾਨੂੰ ਪਤਾ ਸੀ ਕਿ ਦੀਪ ਸਿੱਧੂ ਦੇ ਪਹਿਲਾਂ ਅਮਿਤ ਸ਼ਾਹ ਜਾਂ ਨਰਿੰਦਰ ਮੋਦੀ ਨੂੰ ਮਿਲ ਚੁੱਕੇ ਸੀ? ਇਸ ਚੀਜ਼ ਦੀ ਚਰਚਾ ਹੋਈ ਕਿਤੇ, ਜਾਂ ਪਤਾ ਸੀ? ਇਹ ਤਾਂ ਦੀਪ ਸਿੱਧੂ ਨੇ ਆਪੇ ਪਹਿਲਾਂ ਕਹਿ ਕੂ ਦਿੱਤਾ ਸੀਗਾ। ਸਨੀ ਦਿਓਲ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਇਹਨੇ ਐਜ ਏ ਦੋਸਤ ਕਹਿੰਦਾ ਸੀ, ਅਸੀਂ ਪੁੱਛਿਆ ਸੀਗਾ, ਕਹਿੰਦਾ ਮੈਂ ਤਾਂ ਐਜ ਏ ਦੋਸਤ ਉਹਦੀ ਮਦਦ ਜ਼ਰੂਰ ਕੀਤੀ ਹੈ, ਲੇਕਿਨ ਜਦੋਂ ਕਹਿੰਦਾ ਇਹ ਕਿਸਾਨੀ ਬਿੱਲ ਆਏ ਹੈ, ਕਿਸਾਨੀ ਬਿੱਲਾਂ ਦੇ ਉੱਤੇ ਕਹਿੰਦਾ ਮੈਂ ਸਨੀ ਦਿਓਲ ਨੂੰ ਵੀ ਕਿਹਾ ਸੀਗਾ ਵੀ ਆਪਣਾ ਹੁਣ ਫਰਜ਼ ਬਣਦਾ, ਆਪਾਂ ਇੱਕ ਕਮਿਟਮੈਂਟ ਕਰਕੇ ਆਏ ਹਾਂ ਗੁਰਦਾਸਪੁਰ ਦੇ ਲੋਕਾਂ ਨਾਲ, ਪੰਜਾਬ ਦੇ ਨਾਲ, ਵੀ ਆਪਾਂ ਪੰਜਾਬੀਆਂ ਨਾਲ ਖੜੀਏ। ਤੇ ਕਹਿੰਦਾ ਵੀ ਆਪਣਾ ਫਰਜ਼ ਬਣਦਾ ਆਪਾਂ ਪੰਜਾਬੀਆਂ ਨਾਲ ਖੜੀਏ ਤੇ ਆਪਾਂ ਇਸ ਮੁੱਦੇ ਦੇ ਉੱਤੇ ਬੀਜੇਪੀ ਦੇ ਨਾਲ ਦੋ ਟੁੱਕ ਗੱਲ ਕਰੀਏ। ਕਹਿੰਦਾ ਹੁਣ ਜੇ ਸਨੀ ਨਹੀਂ ਖੜਿਆ ਤਾਂ ਮੈਂ ਤਾਂ ਪੰਜਾਬ ਦੇ ਨਾਲ ਖੜੂੰਗਾ। ਸੋ ਇਸ ਕਰਕੇ ਜੇ ਸਨੀ ਦਿਓਲ ਇੱਕ ਵਾਰ ਚਲਿਆ ਗਿਆ, ਤੁਸੀਂ ਇੱਕ ਗੱਲ ਦੇਖਦੇ ਹੋ ਬਈ ਉਹੀ ਫੋਟੋ ਵਾਰ-ਵਾਰ ਚਲਾਈ ਜਾਂਦੀ ਹੈ। ਇੱਕ ਵਾਰੀ ਮੇਰਾ ਖਿਆਲ ਹੈ ਪ੍ਰਧਾਨ ਮੰਤਰੀ ਨਾਲ ਫੋਟੋ ਹੈ ਤੇ ਇੱਕ ਵਾਰ ਅਮਿਤ ਸ਼ਾਹ ਨਾਲ ਹੈ। ਉਸੇ ਫੋਟੋ ਨੂੰ ਵਾਰ-ਵਾਰ ਏਜੰਡਾ ਬਣਾਇਆ ਜਾਂਦਾ ਹੈ ਸਨੀ ਦੇ ਆਪਣਾ। ਸੋ ਇਸ ਕਰਕੇ ਦੀਪ ਸਿੱਧੂ ਦਾ ਜਿਹੜਾ ਮੈਂ ਜਿੰਨਾ ਕੁ ਇਹਨਾਂ ਨੂੰ ਜਾਣਦਾ, ਸ਼ੰਭੂ ਮੋਰਚੇ ਤੋਂ ਜਾਣਨ ਲੱਗਿਆ, ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਅਜਿਹੀ ਗੱਲ ਹੈ। ਮੈਨੂੰ ਤਾਂ ਜਿੰਨਾ ਕੁ ਮੈਂ 2-2.5 ਮਹੀਨੇ 'ਚ ਜਾਣਿਆ, ਸੋ ਮੈਨੂੰ ਤਾਂ ਇਉਂ ਹੀ ਲੱਗਦਾ ਕਿ ਪੰਜਾਬ ਦੀ ਮਿੱਟੀ ਦਾ ਦਰਦ ਜਿਵੇਂ ਹੋਰ ਰੱਖਦੇ ਆ ਸਾਰੇ, ਉਵੇਂ ਇਹਦੇ ਅੰਦਰ ਵੀ ਸੀਗਾ ਜੀ। ਬਾਕੀ ਹਰੇਕ ਬੰਦੇ ਬਾਰੇ ਉਹ ਆਪ ਖੁਦ ਜਾਣਦਾ, ਲੇਕਿਨ ਮੈਂ ਮਹਿਸੂਸ ਕੀਤਾ। ਦੀਪ ਸਿੱਧੂ ਨਾਲ ਤੁਹਾਡੀ ਪਹਿਲੀ ਮੁਲਾਕਾਤ ਕਦੋਂ ਹੋਈ ਹੈ ਜਾਂ ਫੋਨ ਤੇ ਕਦੋਂ ਗੱਲ ਹੋਈ ਹੈ? ਦੇਖੋ, ਮੈਨੂੰ ਮੇਰੇ ਮਿੱਤਰ ਹੈ ਸਰਦਾਰ ਤਰਲੋਚਨ ਸਿੰਘ ਲਾਲੀ ਫਤਿਹਗੜ੍ਹ ਸਾਹਿਬ ਤੋਂ ਤੇ ਪ੍ਰੋਫੈਸਰ ਮਨਜੀਤ ਸਿੰਘ, ਮੈਨੂੰ ਲਾਲੀ ਜੀ ਉਹਨਾਂ ਨੇ ਫੋਨ ਕੀਤਾ ਕਿ ਆਪਾਂ ਇੱਥੇ ਕੱਲ੍ਹ ਨੂੰ ਰੋਡ ਰੋਕਣੇ ਹੈ, ਧਰਨਾ ਦੇਣਾ ਤੇ ਤੁਸੀਂ ਵੀ ਆ ਜਿਓ। ਤੇ ਉੱਥੇ ਵੀ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਿਹਾ ਤੇ ਉਦਣ ਉੱਥੇ ਸਾਰੀ ਕਲਾਕਾਰ ਤੇ ਸਾਰੀ ਆਏ ਹੋਏ ਸੀਗੇ। ਅਸੀਂ ਰਸਤਾ ਰੋਕਿਆ ਆਪਣਾ ਸ਼ੰਭੂ। ਮੇਰੇ ਮੁਤਾਬਕ ਪਹਿਲਾਂ ਅਸੀਂ ਸਿੱਧੇ ਉੱਥੇ ਹੀ ਰਸਤਾ ਰੋਕਿਆ ਤੇ ਜਿੱਦਣ ਸਾਰੇ ਪੰਜਾਬ ਦਾ ਵੱਡਾ ਇਕੱਠ ਸ਼ੰਭੂਏ ਹੋਇਆ ਤੇ ਲਾਸਟ ਦੇ ਵਿੱਚ ਸ਼ਾਇਦ ਤੁਸੀਂ ਦੇਖੋਗੇ, ਜੇ ਅੱਜ ਵੀ ਕੋਈ ਜਾਣਾ ਚਾਹੇ ਤਾਂ ਐਂਡ ਦੇ ਵਿੱਚ ਮੈਂ ਹੀ ਧੰਨਵਾਦ ਕੀਤਾ, ਟਰਾਲੀ ਦੇ ਵਿੱਚ ਮੈਂ ਖੜਾ ਸੀ। ਉਸ ਸਮੇਂ ਦੀ ਨਾ ਦੀਪ ਸਿੱਧੂ ਮੈਨੂੰ ਜਾਣਦਾ ਸੀ ਇੰਨਾ, ਨਾ ਮੈਂ ਉਹਨੂੰ ਜਾਣਦਾ ਸੀਗਾ, ਕਿਉਂਕਿ ਮੈਂ ਕੋਈ ਬਾਲੀ ਇਹਨਾਂ ਦੀ ਫਿਲਮਾਂ ਵੀ ਦੇਖੀਆਂ ਸੀ। ਮੈਂ ਉਦੋਂ ਤੱਕ ਕੇਵਲ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੂੰ ਹੀ ਜਾਣਦਾ ਸੀ। ਤਰਲੋਚਨ ਲਾਲੀ ਮੇਰਾ ਮਿੱਤਰ ਹੈ ਤੇ ਉਹਨਾਂ ਕਰਕੇ ਹੀ ਮੈਂ ਉੱਥੇ ਗਿਆ ਸੀ। ਕੌਣ ਵਿਅਕਤੀ ਨੇ ਤੁਹਾਨੂੰ ਅਪਰੋਚ ਕੀਤੀ ਵੀ ਸ਼ੰਭੂ ਮੋਰਚਾ ਲਗਾਉਣਾ ਚਾਹੀਦਾ ਹੈ? ਸ਼ੰਭੂ ਮੋਰਚੇ ਲਈ ਜਗ੍ਹਾ ਦੇਖਣ ਵਾਸਤੇ ਕਿਹੜੇ ਤੁਹਾਡੇ ਨਾਲ ਲੋਕ ਮੌਜੂਦ ਸਨ? ਨਹੀਂ, ਜਿਹੜਾ ਸ਼ੰਭੂ ਮੋਰਚੇ ਦੀ ਗੱਲ ਹੈ, ਸ਼ੰਭੂ ਮੋਰਚਾ ਦਾ ਜਦੋਂ ਬਾਕੀ ਉਸ ਇੱਕ ਦਿਨ ਦਾ ਧਰਨਾ ਸਾਰੇ ਪੰਜਾਬ 'ਚ ਰੋਡਾਂ ਰੋਕਣ ਦਾ 25 ਸਤੰਬਰ, ਹਾਂ, ਉਹ ਦਿੱਤਾ ਸੀਗਾ, ਕਾਲ ਦਿੱਤੀ ਸੀ ਕਿਸਾਨ ਯੂਨੀਅਨ ਨੇ। ਉਹਨਾਂ ਦੇ ਸੱਦੇ ਦੇ ਉੱਤੇ ਇੱਥੇ ਵੀ ਸ਼ੰਭੂ ਵੀ ਰੋਕਿਆ ਗਿਆ। ਸਾਰੇ ਪੰਜਾਬ ਦੇ ਕਲਾਕਾਰਾਂ ਨੇ ਸ਼ੰਭੂ ਦਾ ਪ੍ਰੋਗਰਾਮ ਰੱਖ ਲਿਆ। ਉਹਦੇ ਤਹਿਤ ਚਲੋ ਅਸੀਂ ਵੀ ਆ ਗਏ। ਮੇਰਾ ਹਲਕਾ ਵੀ ਘਨੌਰ ਪੈਂਦਾ ਹੈ ਤੇ ਉਸ ਤੋਂ ਬਾਅਦ ਉੱਥੇ ਕਈਆਂ ਨੇ ਐਲਾਨ ਕੀਤਾ ਸੀ ਕਿ ਜੇਕਰ ਇਹ ਬਿੱਲ ਰੱਦ ਨਾ ਕੀਤੇ ਤਾਂ ਇਹ ਤਰੀਕ ਵੀ ਕੋਈ ਕਹਿ ਰਹੇ ਸੀ ਵੀ ਇਸ ਤਰੀਕ ਤੋਂ ਪਰਮਾਨੈਂਟ ਧਰਨਾ ਸ਼ੰਭੂ ਲਾਵਾਂਗੇ। ਸੋ ਉਸ ਤੋਂ ਬਾਅਦ ਲਗਾਤਾਰ ਬਿੱਲਾਂ ਦੀ ਮੰਗ ਉੱਠੀ ਗਈ ਵੀ ਇਹ ਆਰਡੀਨੈਂਸ ਰੱਦ ਕੀਤੇ ਜਾਣ। ਸੋ ਉਹ ਤੋਂ ਬਾਅਦ ਇਸ ਸ਼ੰਭੂ ਮੋਰਚੇ ਵਾਲੀ ਜਿਹੜੀ ਸਕੀਮ ਹੈ ਵੀ ਜੇ ਬਿੱਲ ਰੱਦ ਨਹੀਂ ਹੁੰਦੇ ਤਾਂ ਇੱਥੇ ਲਾਇਆ ਜਾਏਗਾ। ਜੀ, ਸ਼ੰਭੂ ਮੋਰਚਾ ਲਗਾਉਣ ਲਈ ਜਗ੍ਹਾ ਕੌਣ ਦੇਖਣ ਗਿਆ ਸੀ? ਇਹ ਪਹਿਲਾਂ ਡਿਸਾਈਡ ਹੋ ਚੁੱਕਿਆ ਸੀ? ਹਾਂ, ਉਹ
ਜਦੋਂ ਫਿਰ ਸ਼ੰਭੂ ਮੋਰਚੇ ਦੀ ਗੱਲ ਹੋਈ ਕਿ ਸ਼ੰਭੂ ਮੋਰਚਾ ਹੁਣ ਲਾਵਾਂਗੇ, ਤਾਂ ਪ੍ਰੋਫੈਸਰ ਮਨਜੀਤ ਸਿੰਘ ਜੀ, ਸਰਦਾਰ ਤਰਲੋਚਨ ਸਿੰਘ ਲਾਲੀ ਤੇ ਹਰਪ੍ਰੀਤ ਹੈ ਦੇਵਗਨ ਤੇ ਇਹ ਨਾਲ ਸੀ ਦੀਪ ਸਿੱਧੂ, 1-2 ਮੀਟਿੰਗਾਂ ਹੋਈਆਂ ਸੀਗੀਆਂ ਵੀ ਆਪਾਂ ਨੂੰ ਸ਼ੰਭੂ ਮੋਰਚਾ ਹੀ ਲਾਉਣਾ ਚਾਹੀਦਾ ਤੇ ਅਸੀਂ ਸਾਰੇ ਉੱਥੇ ਗਏ ਸੀਗੇ ਆਪਣਾ ਜਿੱਥੇ ਮੋਰਚਾ ਲੱਗਿਆ। ਬਲਕਿ ਜਗ੍ਹਾ ਅਸੀਂ ਦੇਖ ਲਈ ਸੀ ਜਿੱਥੇ ਬਾਅਦ ਦੇ ਵਿੱਚ ਮਾਨ ਵਾਲਿਆਂ ਨੇ ਮੋਰਚਾ ਲਾਇਆ ਵਾ ਸੀਗਾ, ਉਹ ਜਗ੍ਹਾ ਅਸੀਂ ਦੇਖੀ ਸੀ। ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਉਹ ਜਗ੍ਹਾ ਡਿਸਾਈਡ ਕੀਤੀ ਸੀ ਤੇ ਉਸ ਤੋਂ ਬਾਅਦ ਰਾਤ ਨੂੰ ਹੀ ਮੇਰਾ ਖਿਆਲ ਹੈ ਜਿੱਦਣ ਅਸੀਂ ਜਗ੍ਹਾ ਦੇਖ ਕੇ ਆਏ ਸੀਗੇ ਉਹ ਵੀ ਹਾਂ ਇਹ ਜਗ੍ਹਾ ਠੀਕ ਹੈ, ਫਿਰ ਰਾਤ ਨੂੰ ਅਕਾਲੀ ਦਲ ਅੰਮ੍ਰਿਤਸਰ ਨੇ ਉੱਥੇ ਟੈਂਟ ਲਾਤੇ ਸੀ ਤੇ ਉਹ ਤੋਂ ਬਾਅਦ ਫਿਰ ਅਸੀਂ ਦੂਜੇ ਮੇਰਾ ਖਿਆਲ ਹੈ 2-3 ਦਿਨਾਂ ਬਾਅਦ ਫਿਰ ਅਗਲੇ ਪਾਸੇ ਲਾਇਆ। ਜ਼ਿਕਰ ਇਹ ਵੀ ਕੀਤਾ ਜਾਂਦਾ ਕਿ ਸ਼ੰਭੂ ਮੋਰਚਾ ਨਹੀਂ ਲਗਾਉਣਾ ਸੀ, ਮੋਹਾਲੀ ਲਗਾਉਣਾ ਸੀ, ਇਹ ਗੱਲ ਸਹੀ ਹੈ ਕਿ ਮੋਹਾਲੀ ਮੋਰਚਾ ਲੱਗਣਾ ਸੀ, ਸ਼ੰਭੂ ਨਹੀਂ ਲੱਗਣਾ ਸੀ? ਕਿਤੇ ਗੱਲ ਉੱਠੀ ਇਹਦੇ ਵਿੱਚ? ਇਹ ਗੱਲ ਨਾ ਕਿਸੇ ਮੀਟਿੰਗ 'ਚ ਉੱਠੀ ਹੈ ਜੀ, ਸਾਰਿਆਂ ਨੇ ਸ਼ੰਭੂ ਦਾ ਹੀ ਜ਼ਿਕਰ ਕੀਤਾ ਸੀ ਕਿਉਂਕਿ ਜਿਹੜਾ ਸ਼ੰਭੂ ਹੈ, ਸ਼ੰਭੂ ਹੱਦ ਹੈ ਦਿੱਲੀ ਤੇ ਪੰਜਾਬ ਦੀ ਤੇ ਸ਼ੰਭੂ ਤੇ ਮਤਲਬ ਇਹ ਕਹਿੰਦੇ ਸੀਗੇ ਸਾਰੇ ਹੀ ਮੀਟਿੰਗ ਦੇ ਵਿੱਚ ਵੀ ਜੇ ਆਪਾਂ ਸ਼ੰਭੂ ਲਾਉਨੇ ਆ ਤਾਂ ਇਹਦਾ ਪ੍ਰਭਾਵ ਦਿੱਲੀ ਨੂੰ ਜ਼ਿਆਦਾ ਜਾਏਗਾ ਤੇ ਆਪਾਂ ਸ਼ੰਭੂ ਮੋਰਚਾ ਲਾਈਏ। ਮੋਹਾਲੀ ਦੀ ਤਾਂ ਕਦੇ ਮੇਰੇ ਸਾਹਮਣੇ ਤੁਸੀਂ ਨਾਮ ਲੈ ਸਕਦੇ ਹੋ ਕਿਹੜੇ-ਕਿਹੜੇ ਜਗ੍ਹਾ ਦੇਖਣ ਗਏ ਸੀ, ਕਿਹੜੇ-ਕਿਹੜੇ ਮੀਟਿੰਗ 'ਚ ਬੰਦੇ ਸੀ? ਦੱਸਿਆ ਤਾਂ ਹੈ ਜੀ ਵੀ ਪ੍ਰੋਫੈਸਰ ਮਨਜੀਤ ਸਿੰਘ ਜੀ ਵੀ ਨਾਲ ਸੀ ਤੇ ਸਾਡੇ ਮੇਰੇ ਮਿੱਤਰ ਤਰਲੋਚਨ ਸਿੰਘ ਲਾਲੀ ਵੀ ਨਾਲ ਸੀ, ਇਹ ਆਪਣੇ ਦੀਪ ਸਿੱਧੂ ਵੀ ਨਾਲ ਸੀ, ਮੈਂ ਵੀ ਸੀਗਾ। ਕੋਈ ਲੇਡੀਜ਼ ਵੀ ਹੈਗੀਆਂ ਸੀ ਉਹਨਾਂ 'ਚ? ਮੇਰੇ ਇੰਨਾ ਕੋਈ ਯਾਦ ਨਹੀਂ, ਮੇਰਾ ਖਿਆਲ ਹੈ ਲੇਡੀਜ਼ ਨਹੀਂ ਸੀ ਉਸ ਦਿਨ, ਸ਼ਾਇਦ ਹੋਣ ਜਾਂ ਨਾ ਹੋਣ, ਇੰਨਾ ਨਹੀਂ ਮੈਨੂੰ। ਕਿਆਸਰੀਆਂ ਲਗਾਈਆਂ ਜਾਂਦੀਆਂ ਸੀ ਕਿ ਸ਼ੰਭੂ ਮੋਰਚੇ ਤੋਂ ਪਹਿਲਾਂ ਹੀ ਕਿ ਸਿਆਸੀ ਪਾਰਟੀ ਨਿਕਲਣ ਦੀ ਕੋਈ ਗੱਲਬਾਤ ਹੋਈ ਸੀ? ਇਸ ਉੱਪਰ ਬੜੀ ਚਰਚਾ ਚੱਲਦੀ ਪਈ ਹੈ। ਨਹੀਂ ਇਹੀ ਜੀ ਕੋਈ ਗੱਲ ਨਹੀਂ, ਚਰਚਾ ਤਾਂ ਦੇਖੋ ਹੁਣ ਇਹ ਜਿਹੜੀ ਟਰੋਲ ਆਰਮੀ ਆ ਨਾ ਜੀ, ਇਹ ਬਾਦਲਾਂ ਦੀ, ਕਾਂਗਰਸੀਆਂ ਦੀ ਜਾਂ ਬੀਜੇਪੀ ਦੀ, ਇਹ ਟਰੋਲ ਆਰਮੀ ਨੇ ਚਰਚਾ ਚਲਾਉਣੀ ਹੁੰਦੀ ਹੈ ਕਿਉਂਕਿ ਪੰਜਾਬ ਦੇ ਹਾਲਾਤਾਂ ਦੇ ਵਿੱਚ ਇੱਕ ਹਾਲਾਤ ਅਜਿਹੇ ਬਣੇ ਪਏ ਆ, ਲੋਕ ਪੰਜਾਬ ਦੇ ਵਿੱਚ ਇੱਕ ਚੰਗੀ ਤੀਜੀ ਧਿਰ ਚਾਹੁੰਦੇ ਆ ਔਰ ਉਸ ਦਾ ਹੀ ਇੱਕ ਯਤਨ ਬਾਅਦ ਦੇ ਵਿੱਚ ਕੀਤਾ ਸੀ ਕਿ ਚੰਗੀ ਕੋਈ ਸਿਆਸੀ ਧਿਰ ਇਕੱਠੀ ਹੋਵੇ। ਸੋ ਇਹ ਇਹੋ ਜਿਹਾ ਉਹ ਸਟਾਰਟਿੰਗ ਦੇ ਵਿੱਚ ਅਜਿਹਾ ਕੋਈ ਮਨਸੂਬਾ ਨਹੀਂ ਸੀਗਾ। ਅਸੀਂ ਸਾਰੇ ਜਿਹੜੇ ਇਕੱਠੇ ਹੋਏ ਸੀਗੇ ਤਾਂ ਉਹ ਕੇਵਲ ਤੋਂ ਕੇਵਲ ਬਿੱਲਾਂ ਦੀ ਵਾਪਸੀ ਦੇ ਲਈ ਤੇ ਮੋਦੀ ਦੇ ਉੱਤੇ ਪ੍ਰੈਸ਼ਰ ਪਾਉਣ ਦੇ ਲਈ ਇਹ ਮੋਰਚਾ ਲਾਉਣ ਦੇ ਲਈ ਇਕੱਠੇ ਹੋਏ ਸੀ। ਫਿਰ ਬਾਅਦ 'ਚ 26 ਅਕਤੂਬਰ ਨੂੰ ਮੀਟਿੰਗ 'ਚ ਕਿਉਂ ਕਿਹਾ ਜਾਂਦਾ ਕਿ ਤੀਜੀ ਧਿਰ ਕੱਢੀ ਜਾਵੇ? ਸਾਰਿਆਂ ਨੂੰ ਮੰਚ ਦੇ ਦੇਣਾ ਕਿ ਮੰਚ ਸਾਂਭਿਆ ਨਹੀਂ ਜਾਂਦਾ ਸੀ ਸ਼ੰਭੂ ਦਾ, ਲੋਕ ਜ਼ਿਆਦਾ ਆਉਣ ਲੱਗ ਪਏ ਸੀ, ਇਸ ਕਰਕੇ ਤੁਸੀਂ ਕਹਿ ਦਿੱਤਾ ਵੀ ਚਲੋ ਹੁਣ ਜਿਹੜਾ ਇਹਨੂੰ ਰਾਜਨੀਤੀ ਮੰਚ ਬਣਾ ਦਈਏ, ਲੋਕਾਂ ਨੂੰ ਦੇ ਦਿੱਤਾ ਜਾਵੇ ਜਿਹੜੇ ਇਸ ਪੰਜਾਬ ਦੇ ਸੋਚਦੇ ਨੇ। ਅਸੀਂ ਉੱਥੇ ਇੱਕ ਸੁਝਾਅ ਬਕਸਾ ਰੱਖਿਆ ਹੋਇਆ ਸੀਗਾ, ਉੱਥੇ ਪੰਜਾਬ ਦੇ ਜਿੰਨੇ ਵੀ ਲੋਕ ਆਉਂਦੇ ਸੀਗੇ ਉਹਦੇ ਵਿੱਚ ਆ ਕੇ ਆਪਣਾ ਆਪਣਾ ਸੁਝਾਅ ਵੀ ਪਾਉਂਦੇ ਸੀਗੇ ਤੇ ਪੰਜਾਬ ਦੇ ਕੀ ਹਾਲਾਤ ਹੈ ਉਹਨਾਂ ਬਾਰੇ ਹਰੇਕ ਬੁਲਾਰਾ ਬੋਲਦਾ ਸੀ। ਅਸੀਂ ਹਰੇਕ ਬੰਦਿਆਂ ਨੂੰ, ਇਹ ਨਹੀਂ ਹੈਗਾ ਕਿ ਇਕੱਲਾ ਕਿਸਾਨ ਯੂਨੀਅਨ ਦਾ ਲੀਡਰ ਹੀ ਬੋਲੂਗਾ, ਅਸੀਂ ਨੌਜਵਾਨਾਂ ਨੂੰ ਬਹੁਤ ਜਿਹੜੇ ਨਵੇਂ ਯੰਗ ਨੌਜਵਾਨ ਹੈ ਉਹ ਸ਼ੰਭੂ ਮੋਰਚੇ 'ਤੇ ਆ ਕੇ ਬੋਲ ਕੇ ਗਏ। ਬਲਕਿ ਸਾਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਜਿਹੜੇ ਨੌਜਵਾਨ ਕਦੇ ਬੋਲੇ ਨਹੀਂ ਜਾਂ ਜਿਹੜੇ ਲੀਡਰ ਹੈ ਅੱਜ MLA ਹੈ, ਵਜ਼ੀਰ ਹੈ, ਉਹਨਾਂ ਦੇ ਅੱਗੇ ਮੁੰਡੇ MLA ਬਣ ਰਹੇ ਹੈ, ਮੰਤਰੀ ਬਣ ਰਹੇ ਹੈ, ਚੇਅਰਮੈਨ ਬਣ ਰਹੇ ਹੈ। ਅੱਜ ਪਰਿਵਾਰਵਾਦ ਦੀ ਜਿਹੜੀ ਰਾਜਨੀਤੀ ਹੈ, ਪਰਿਵਾਰਵਾਦ ਦੀ ਰਾਜਨੀਤੀ ਨੂੰ ਠੱਲਣ ਦੇ ਲਈ ਸ਼ੰਭੂ ਮੋਰਚੇ ਦੀ ਸਟੇਜ ਦੇ ਉੱਤੇ ਨਵੇਂ ਯੰਗ ਨੌਜਵਾਨ ਆ ਕੇ ਸਪੀਚਾਂ ਕਰਨ ਲੱਗੇ ਸੀ ਤੇ ਉਹਨਾਂ ਨੂੰ ਇੱਕ ਪਲੇਟਫਾਰਮ ਮਿਲਣ ਲੱਗ ਗਿਆ ਸੀ ਤੇ ਉਹਨਾਂ ਹੋ ਸਕਦਾ ਉਹੋ ਜਿਹੇ ਨੌਜਵਾਨਾਂ ਵੱਲੋਂ ਸੁਝਾਅ ਬਕਸਿਆਂ ਦੇ ਵਿੱਚ ਪਰਚੀਆਂ ਪਾਈਆਂ ਜਾਂਦੀਆਂ ਹੋਣ ਕਿ ਇੱਕ ਚੰਗੀ ਧਿਰ ਸਿਆਸੀ ਕੱਢੋ ਤਾਂ ਕਿ ਪੰਜਾਬ ਦੇ ਬਿਹਤਰ ਭਵਿੱਖ ਦੇ ਲਈ ਆਪਾਂ ਕੁਛ ਨਾ ਕੁਛ ਕਰ ਸਕੀਏ। ਸ਼ੰਭੂ ਮੋਰਚੇ ਜਿਵੇਂ ਗੱਲ ਕੀਤੀ ਕਿ ਤੀਜੀ ਧਿਰ ਕੱਢੀ ਜਾਣੀ, ਇਸ ਵਿੱਚ ਸੁਝਾਅ ਆਏ ਸੀ, ਸੁਝਾਅ ਦਿੱਤੇ ਵੀ ਗਏ ਨੇ। 4 ਅਕਤੂਬਰ ਦੀ ਗੱਲ ਕਰੀਏ, ਪਹਿਲੇ 4 ਅਕਤੂਬਰ ਨੂੰ ਡਾਕਟਰ ਧਰਮਵੀਰ ਗਾਂਧੀ ਬੋਲ ਕੇ ਜਾਂਦੇ ਨੇ, ਹੋਰ ਵੀ ਬੁਲਾਰੇ ਬੋਲ ਕੇ ਜਾਂਦੇ ਨੇ। 3 ਬਿੱਲਾਂ ਦੀ ਗੱਲ ਹੁੰਦੀ ਹੈ ਉਹ ਸਪੀਚਾਂ ਦੇ ਵਿੱਚ ਕਿ ਫੈਡਰਲ ਢਾਂਚੇ ਨੂੰ ਲੈ ਕੇ ਖੁਦ ਮੁਖਤਿਆਰੀ ਦੀ ਗੱਲ ਹੁੰਦੀ ਹੈ। ਉਹ ਤਾਂ ਤੁਸੀਂ ਅੱਜ ਵੀ ਡਾਕਟਰ ਧਰਮਵੀਰ ਗਾਂਧੀ ਜੀ ਵੀ ਆਏ, ਹੋਰ ਬਹੁਤ ਸਾਰੇ ਪੂੰਜੀਪਤ ਲੋਕ ਪਹਿਲੇ ਦਿਨ ਆਏ ਤੇ ਉਹਦੇ ਵਿੱਚ ਗੱਲੇ ਬਿੱਲਾਂ ਦੀ ਹੋਈ ਕਿਉਂਕਿ ਧਰਨਾ ਬਿੱਲਾਂ ਦੇ ਅਗੇਂਸਟ ਲੱਗਿਆ, ਲੇਕਿਨ ਹਰ ਬੁਲਾਰੇ ਦੀ ਬੋਲਣ ਦੀ ਆਪਣੀ ਮਨਸ਼ਾ ਹੁੰਦੀ ਹੈ ਵੀ ਉਹਨੇ ਕਿਸ ਉਹਦੇ ਉੱਤੇ ਬੋਲਣਾ ਹੈ। ਸੋ ਇਸ ਕਰਕੇ ਡਾਕਟਰ ਧਰਮਵੀਰ ਗਾਂਧੀ ਜੀ ਵਰਗੇ ਸੁਲਝੇ ਹੋਏ ਇਨਸਾਨ ਦਾ ਸਟਾਰਟਿੰਗ ਦੇ ਵਿੱਚ ਆਉਣਾ ਸ਼ੰਭੂ ਮੋਰਚੇ ਦੀ ਇੱਕ ਵਿਲੱਖਣਤਾ ਸੀ। ਸੋ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਸ਼ੰਭੂ ਮੋਰਚਾ ਕੇਵਲ ਦੀਪ ਸਿੱਧੂ ਦਾ ਨਾਂ ਹੋ ਕੇ ਸਾਰੇ ਪੰਜਾਬੀਆਂ ਦਾ ਸਾਂਝਾ ਮੋਰਚਾ ਹੋ ਨਿਬੜਿਆ ਸੀ। ਆਪਾਂ ਗੱਲ ਕਰਦੇ ਸੰਤਾਂ ਦੀ ਗੱਲ ਕਰਦੇ ਨੇ, ਆਪਾਂ ਜ਼ਿਕਰ ਆਉਂਦਾ, ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਦੀਪ ਸਿੱਧੂ ਦੀਆਂ, ਸੰਤ ਜਰਨੈਲ ਸਿੰਘ ਭਿੰਡਰਾਂ ਜੀ ਬਾਰੇ ਗੱਲਾਂ ਕਰਦੇ ਨੇ, ਉੱਥੇ ਸਪੀਚ ਵੀ ਦੇਖ ਸਕਦੇ ਹਾਂ। ਤੁਹਾਨੂੰ ਕੀ ਲੱਗਦਾ ਇਹ ਗੱਲਾਂ ਕਰਕੇ ਕਿ ਸਿੱਖਾਂ ਨੂੰ ਲੁਭਾਇਆ ਜਾ ਰਿਹਾ ਸੀ ਜਾਂ ਇਹ ਗੱਲਾਂ ਕਰਕੇ ਵਾਕਈ ਦੀਪ ਸਿੱਧੂ ਆਪਣੇ ਉਸ ਜਗ੍ਹਾ ਤੇ ਸਟੈਂਡ ਕਰਦੇ ਨੇ ਜੋ ਇਹ ਗੱਲਾਂ ਕਰਦੇ ਸੀ? ਦੇਖੋ ਕੋਈ ਬੰਦਾ ਕਿਸੇ ਸੰਤ ਮਹਾਂਪੁਰਖ ਦਾ ਜੇ ਨਾਂ ਲੈਂਦਾ ਹੈ ਜਾਂ ਉਹ ਤੋਂ ਪ੍ਰਭਾਵਿਤ ਹੈ ਤਾਂ ਉਹਦੇ ਵਿੱਚ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ, ਪ੍ਰਭਾਵਣ ਵਾਲੀ ਕੋਈ ਗੱਲ ਨਹੀਂ ਹੈਗੀ। ਹਰੇਕ ਬੰਦਾ ਸਵੇਰੇ ਉੱਠ ਕੇ ਜਿਹੜਾ ਬੰਦਾ ਗੁਰੂ ਦਾ ਸਿੱਖ ਹੈ ਉਹ ਗੁਰਦੁਆਰੇ ਨਾਲ ਜੁੜਿਆ ਹੋਇਆ ਹੈ।
ਸੋ ਇਸ ਕਰਕੇ ਜੇ ਦੀਪ ਸਿੱਧੂ ਕਿਸੇ ਸਾਧੂ ਸੰਤ ਦਾ ਨਾਂ ਲੈ ਲੈਂਦਾ ਹੈ ਤਾਂ ਇਹਦੇ ਵਿੱਚ ਕੀ ਵੱਡੀ ਗੱਲ ਹੈ। ਸੋ ਮੈਂ ਮਹਿਸੂਸ ਕਰਦਾ ਕਿ ਆਪਾਂ ਉਸ ਪਾਸੇ ਨਾ ਜਾ ਕੇ ਅੱਜ ਜਿਹੜਾ ਕਰਨ ਦਾ ਜ਼ਿਕਰ ਕਰਨ ਦੀ ਲੋੜ ਹੈ। ਅੱਜ ਪੰਜਾਬ ਦੇ ਜਿਹੜੇ ਹਾਲਾਤ ਹੈ, ਪੰਜਾਬ ਨੂੰ ਰਾਜਨੀਤਿਕ ਲੋਕ ਕਿਹੜੇ ਪਾਸੇ ਲੈ ਕੇ ਚਲੇ ਗਏ, ਦੀਪ ਸਿੱਧੂ ਕਿਹਦਾ ਜ਼ਿਕਰ ਕਰਦਾ ਹੈ, ਕਿਹਦਾ ਜ਼ਿਕਰ ਨਹੀਂ ਕਰਦਾ, ਇੱਕ ਵੱਖਰਾ ਸਵਾਲ ਤਾਂ ਕਿਤੇ ਚਰਚਾ ਉਸੇ ਤੇ ਬਣੀ ਹੋਈ ਹੈ ਨਾ। ਦੀਪ ਸਿੱਧੂ ਨੌਜਵਾਨ ਸੀ, ਫਸਾਇਆ ਜਾ ਰਿਹਾ ਹੈ, ਜਾਂ ਜਿਸ ਪਾਰਟੀ ਦੀ ਵੀ ਚਰਚਾ ਚੱਲਦੀ ਪਈ ਹੈ। ਅੱਜ ਵੀਰ ਜੀ ਗੱਲ ਇਹ ਹੈ, ਸਾਨੂੰ ਪੰਜਵੇਂ ਪਾਤਸ਼ਾਹ ਨੇ ਇੱਕ ਦਰਬਾਰ ਸਾਹਿਬ ਦੇਤਾ ਜਿੱਥੇ ਅਸੀਂ ਜਾ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਔਰ ਸਾਨੂੰ ਉਹ ਸਾਡਾ ਗੁਰੂ ਦਾ ਕੇਂਦਰ ਦੇਤਾ ਗੁਰਬਾਣੀ ਦਾ। ਲੇਕਿਨ ਛੇਵੇਂ ਪਾਤਸ਼ਾਹ ਨੇ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਸਾਹਮਣੇ ਦਿਆ ਬਖਸ਼ਿਸ਼ ਕੀਤਾ ਔਰ ਕਿਹਾ ਕਿ ਜਿਹੜਾ ਗੁਰੂ ਦਾ ਸਿੱਖ ਹੈ ਉਹ ਕੇਵਲ ਧਾਰਮਿਕ ਹੀ ਨਾ ਹੋਵੇ, ਨਾਲ ਦੀ ਨਾਲ ਉਹ ਰਾਜਨੀਤਿਕ ਵੀ ਹੋਵੇ। ਜੇ ਗੁਰੂ ਦਾ ਸਿੱਖ ਸਿਆਸਤ ਦੇ ਤੌਰ ਤੇ ਨਹੀਂ ਅੱਗੇ ਵਧੇਗਾ, ਉਹਨੂੰ ਪਤਾ ਹੀ ਨਹੀਂ ਹੋਏਗਾ ਕਿ ਅਸੀਂ ਕਹੀ ਜੀ ਸਿਆਸਤ ਕਰਨੀ ਹੈ, ਤਾਂ ਗੁਰੂ ਦਾ ਸਿੱਖ ਹੈ ਜਿਹੜਾ ਉਹਦਾ ਸਾਰਾ ਕੁਝ ਹੀ ਖਤਮ ਹੋਏਗਾ। ਅੱਜ ਹਾਲਾਤ ਇਹ ਹੈ ਕਿ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ 1 ਮਿੰਟ ਲਵਾਂਗਾ। ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਕੋਈ ਬੰਦਾ ਨੌਜਵਾਨ ਬੋਲਣ ਜਾਂਦਾ ਹੈ ਤਾਂ ਇੱਕ ਭਾਈ ਜੀ ਨੂੰ ਪਹਿਲਾਂ ਹੀ ਜਿਹੜੇ ਪਿੰਡ ਦੇ ਧੜੇ ਹੁੰਦੇ ਆ ਉਹਨਾਂ ਨੇ ਕਿਹਾ ਵਾ ਹੁੰਦਾ ਕਿ ਤੁਸੀਂ ਇਹ ਗੱਲ ਕਹਿ ਦਿਓ ਜੀ ਇੱਥੇ ਕੋਈ ਸਿਆਸੀ ਗੱਲ ਨਹੀਂ ਕਰਨੀ, ਜਦੋਂ ਕਿ ਗੁਰੂ ਪਾਤਸ਼ਾਹ ਦਾ ਕਹਿੰਦੇ ਆ ਕਿ ਤੁਸੀਂ ਆ ਕੇ ਮਿਲ ਬੈਠ ਕੇ ਖੜੇ ਹੋ ਕੇ ਕਿਹਾ ਜਾਂ ਪਿੰਡ ਦਾ ਮਾਹੌਲ ਹੋਵੇ, ਕਹੇ ਜੇ ਤੁਹਾਡੇ ਇਲਾਕੇ ਦੀ ਰਾਜਨੀਤੀ ਹੋਵੇ, ਗੱਲ ਕਰੋ। ਲੇਕਿਨ ਮੈਂ ਇੱਕ ਗੱਲ ਕਹਿਣਾ ਹੈ ਕਿ ਇਹ ਚਰਚਾ ਪੰਜਾਬ ਦੇ ਉਹਨਾਂ ਲੋਕਾਂ ਦੀ, ਪੰਜਾਬ ਦੇ ਨੌਜਵਾਨਾਂ ਦੀ ਨਹੀਂ ਹੈ। ਇਹ ਚਰਚਾ ਵੀ ਪੰਜਾਬ ਦੇ ਨਾ ਬਾਦਲ ਦਲੀਆਂ ਦੀ ਜਾਂ ਕਾਂਗਰਸੀ ਲਟੇਰਿਆਂ ਦੀ ਜਾਂ ਬੀਜੇਪੀ ਵਾਲਿਆਂ ਦੀ, ਇਹਨਾਂ ਦੀ ਕਰਾਈ ਹੋਈ ਹੈ। ਇੱਕ ਹੋਰ ਵੀ ਚਰਚਾ ਹੈਗੀ ਕਿ ਜੋਗਾ ਸਿੰਘ ਨੇ ਸ਼ੰਭੂ ਮੋਰਚੇ ਦੇ ਉੱਥੇ ਦਬਾਅ ਪਾਇਆ ਕਮੇਟੀ ਦੇ ਉੱਤੇ ਕਿ ਸਿਆਸੀ ਪਾਰਟੀ ਕੱਢੀ ਇੱਥੋਂ ਦੀ, ਥਰਡ ਜਿਹੜਾ ਉਹ ਪਾਰਟੀ ਕੱਢੀ ਹੈ, ਵੀ ਲੋਕਾਂ ਦੇ ਸੁਝਾਅ ਆ ਗਏ ਨੇ। ਹੁਣ ਤੁਸੀਂ ਜ਼ੋਰ ਪਾਇਆ ਸੀ ਦੀਪ ਸਿੱਧੂ? ਮੇਰੇ ਇਕੱਲੇ ਦਾ ਕੋਈ ਜ਼ੋਰ ਨਹੀਂ ਸੀਗਾ ਜੀ, ਨਾ ਦੀਪ ਸਿੱਧੂ ਇੰਨਾ ਨਿਆਣਾ ਹੈ, ਨਾ ਸਾਡੇ ਨਾਲ ਦੇ ਜਿਹੜੇ ਮੈਂਬਰ ਹੈ ਉਹ ਇੰਨੇ ਨਿਆਣੇ ਸੀਗੇ ਕਿ ਮੇਰੇ ਇਕੱਲੇ ਕਰਕੇ ਚਲੇ ਗਏ। ਮੈਂ ਤਾਂ ਜਦੋਂ ਮਨਪ੍ਰੀਤ ਬਾਦਲ ਨੇ ਜਾਗੋ ਯਾਤਰਾ ਕੱਢੀ ਸੀ ਉਦੋਂ ਪਟਿਆਲੇ 'ਚ ਉਹਦਾ ਕੋਈ ਪੱਲਾ ਨਹੀਂ ਫੜਦਾ ਸੀ। ਉਦੋਂ ਵੀ ਮੈਂ ਤਾਂ ਰੈਲੀ ਕਰਾਈ ਸੀ, ਮੈਂ ਤਾਂ ਥਰਡ ਫਰੰਟ ਦਾ ਹਾਮੀ ਸੀ। ਜਦੋਂ ਮਨਪ੍ਰੀਤ ਕਾਂਗਰਸ ਵਾਲੇ ਪਾਸੇ ਝੁਕਾਅ ਰੱਖਦਾ ਸੀ, ਮੈਂ ਤਾਂ ਉਦੋਂ ਫਿਰ ਆਮ ਆਦਮੀ ਪਾਰਟੀ ਦੇ ਵੱਲ ਚਲਿਆ ਗਿਆ। ਮੈਨੂੰ ਇਹ ਸੀ ਵੀ ਰਾਜੇ ਰਜਵਾੜਿਆਂ ਦੇ ਪੁੱਤਰ ਧੀ ਸਿਆਸਤ ਤੋਂ ਲਾਂਭੇ ਹੋਣ। ਜਦੋਂ ਚਲੋ ਆਮ ਆਦਮੀ ਪਾਰਟੀ ਦੇ ਵਿੱਚ ਚੰਗੇ ਸਿਰਦ ਬੰਦੇ ਆ, ਪਿਛਲੀ ਵਾਰ ਮੇਰੇ ਹਲਕੇ ਤੋਂ ਇੱਕ ਕਾਂਗਰਸੀ ਰਜਵਾੜੇ ਦੀ ਕੁੜੀ ਨੂੰ ਟਿਕਟ ਦੇਤੀ, ਮੈਂ ਤਾਂ ਉਦੋਂ ਵੀ ਲਾਂਭੇ ਹੋਇਆ। ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਸਮਾਂ ਹੁੰਦਾ ਹੈ। ਤੇ ਮੈਂ ਤਾਂ ਅੱਜ ਵੀ ਮਤਲਬ ਇਹ ਮਹਿਸੂਸ ਕਰਦਾ ਕਿ ਪੰਜਾਬ ਦੇ ਲਈ ਚੰਗੀ ਬਿਹਤਰ ਧਿਰ ਨਿਕਲਣੀ ਚਾਹੀਦੀ ਹੈ। ਮੇਰੇ ਕੋਲ ਤਾਂ ਉਹ ਮਿੱਟੀ ਵੀ ਸਾਂਭੀ ਪਈ ਹੈ। ਦੀਪ ਸਿੱਧੂ ਦੁਬਾਰਾ ਆ ਜਾਂਦੇ ਨੇ ਧਿਰ ਬਣਾਉਣ, ਮੇਰੇ ਕੋਲ ਤਾਂ ਅੱਜ ਵੀ ਉਹ ਮਿੱਟੀ ਸਾਂਭੀ ਪਈ ਹੈ ਜਿਹੜੀ ਮਨਪ੍ਰੀਤ ਨੇ ਖਟਕੜ ਕਲਾਂ ਜਾ ਕੇ ਸਹੁੰ ਖਾਧੀ ਸੀ। ਹੁਣ ਮੇਰੀ ਬੇਨਤੀ ਇਹ ਹੈ, ਮੈਂ ਇਕੱਲਾ ਨਹੀਂ ਦਬਾਅ ਪਾਉਂਦਾ ਸੀ, ਪੰਜਾਬ ਦੇ ਲੋਕ ਵੀ ਕਹਿੰਦੇ ਸੀ। ਉਸੇ ਕਰਕੇ ਹੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਔਰ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਡਿਸਾਈਡ ਹੋਇਆ ਸੀ, ਦੀਪ ਸਿੱਧੂ ਸਾਤੋਂ ਇਹ ਕਮਿਟਮੈਂਟ ਕਰਕੇ ਲੈ ਕੇ ਗਿਆ ਸੀ ਕਿ ਤੁਸੀਂ ਮੈਨੂੰ ਇਹ ਵਾਅਦਾ ਕਰੋ ਕਿ ਇੱਕ ਤਾਂ ਮੈਂ ਇਲੈਕਸ਼ਨ ਨਹੀਂ ਲੜੂੰਗਾ, ਇੱਕ ਅਜਿਹੀ ਕੋਈ ਸਿਆਸੀ ਪਾਰਟੀ ਬਣਾਓ ਜਿਹਦੇ ਵਿੱਚ ਇੱਕ ਆਪਾਂ ਅਜਿਹੀ ਬਾਡੀ ਬਣਾਈਏ ਜਿਹਦੇ ਵਿੱਚ ਚੰਗੇ ਰਿਟਾਇਰ ਵਧੀਆ ਆਫੀਸਰ ਹੋਣਗੇ ਜਾਂ ਵਧੀਆ ਚੰਗੇ ਬੰਦੇ ਹੋਣਗੇ, ਜਿਹੜੇ ਰਾਜਨੀਤਿਕ ਪਾਰਟੀ ਦੇ ਉੱਤੇ ਇੱਕ ਵਧੀਆ ਬਾਡੀ ਬਣਾਵਾਂਗੇ। ਜੇ ਕੋਈ ਭ੍ਰਿਸ਼ਟਾਚਾਰ ਕਰੂਗਾ ਤਾਂ ਉਦੋਂ ਉਹ ਨਕੇਲ ਪਾ ਕੇ ਰੱਖਣਗੇ। ਪ੍ਰੈਸ ਕਲੱਬ ਦੀ ਤੁਸੀਂ ਜ਼ਿਕਰ ਕਰਦੇ ਹੋ, ਪ੍ਰੈਸ ਕਾਨਫਰੰਸ ਹੋਣ ਤੋਂ ਪਹਿਲਾਂ ਕੀ ਸਿਆਸੀ ਲੀਡਰਾਂ ਦੇ ਘਰ ਤੁਸੀਂ ਗਏ ਸੀ? ਰੂਟੀਨ ਦੇ ਵਿੱਚ ਕਿਸੇ ਦੇ ਘਰੇ ਗਏ ਹੋਈਏ ਤਾਂ ਵੱਖਰੀ ਗੱਲ ਹੈ, ਕਿਉਂਕਿ ਅਸੀਂ ਵੀ ਚਾਹੁੰਦੇ ਸੀਗੇ ਕਿ ਸਾਰੇ ਚੰਗੇ ਲੀਡਰ ਇਕੱਠੇ ਹੋਣ। ਰੂਟੀਨ 'ਚ ਕਿਸੇ ਦੇ ਗਏ ਹੋਈਏ ਕਿਸ ਦੇ ਘਰ ਗਏ ਨਹੀਂ, ਐ ਹੁਣ ਮੈਨੂੰ ਯਾਦ ਨਹੀਂ, ਕਿਉਂਕਿ ਮੇਰੇ ਤਾਂ ਸਾਰੇ ਹੀ ਚੰਗੇ ਲੀਡਰ ਨਾਲ ਸੰਬੰਧ। ਸੁਖਪਾਲ ਖਹਿਰਾ ਦਾ ਜ਼ਿਕਰ ਆਉਂਦਾ ਉਹਦੇ ਘਰ ਗਏ ਸੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ? ਸੁਖਪਾਲ ਖਹਿਰਾ ਸਾਹਿਬ ਦੇ ਘਰੇ ਮੈਂ ਵੈਸੇ ਪਹਿਲਾਂ ਵੀ ਕਿਤੇ ਗਿਆ। ਦੀਪ ਸਿੱਧੂ ਨਾਲ ਗਏ ਸੀ 25-26 ਤੋਂ ਪਹਿਲਾਂ? ਮੇਰੇ ਇੰਨਾ ਯਾਦ ਨਹੀਂ, ਡੇਟਾ ਮੇਰੇ ਯਾਦ ਨਹੀਂ ਹੈ। ਹੋ ਸਕਦਾ ਕਿਤੇ ਚਾਹ ਦਾ ਕੱਪ ਪੀਣ ਚਲੇ ਗਏ ਹੋਈਏ, ਕਿਉਂਕਿ ਸੁਖਪਾਲ ਖਹਿਰਾ ਜੀ ਕੋਲ ਮੈਂ ਜਦ ਵੀ ਕਦੇ ਜਾਂ ਅਸੀਂ ਹੋਰ ਵੀ, ਮੈਂ ਅੱਜ ਨਾਂ ਨਹੀਂ ਲੈਣਾ, ਮੇਰੇ 1-2 ਮਿੱਤਰ ਹੁਣ ਹੋਰ ਕਿਸੇ ਪਾਰਟੀ ਚਲੇ ਗਏ। ਅਸੀਂ ਤਾਂ ਸ਼ੰਭੂ ਮੋਰਚੇ ਤੋਂ ਪਹਿਲਾਂ 4-5 ਮਹੀਨੇ ਲਾਤੇ ਸੀ ਕਿ ਖਹਿਰਾ ਸਾਹਿਬ, ਬੈਂਸ ਸਾਹਿਬ, ਛੋਟੇਪੁਰ ਸਾਹਿਬ, ਗਾਂਧੀ ਸਾਹਿਬ ਇਹ ਸਾਰੀ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ। ਚਲੋ ਪ੍ਰਮਾਤਮਾ ਨੂੰ ਭਾਉਂਦਾ ਕਿ ਨਹੀਂ ਹੋ ਸਕੇ, ਲੇਕਿਨ ਖਹਿਰਾ ਸਾਹਿਬ ਨੇ ਅੱਜ ਤੱਕ ਨਹੀਂ ਕਿਹਾ ਕਿ ਮੈਂ ਨਹੀਂ ਹੋਊਂਗਾ। ਉਹ ਚੰਗੇ ਪੰਜਾਬ ਦੇ ਇੱਕ ਸਿਆਸੀ ਫਰੰਟ ਨੂੰ ਅੱਗੇ ਲਿਆਉਣ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਆ। ਮੈਂ ਐਵੇਂ ਅੱਜ ਝੂਠ ਬੋਲੀ ਜਾਵਾਂ ਕਿ ਖਹਿਰਾ ਸਾਹਿਬ ਨਹੀਂ ਹੁੰਦੇ ਜਾਂ ਬੈਂਸ ਸਾਹਿਬ ਨਹੀਂ ਹੁੰਦੇ, ਸਾਰੇ ਹੀ ਪੰਜਾਬ ਦੀ ਭਲਾਈ ਸੋਚਦੇ ਆ। ਮੈਂ ਕੀ ਦੀਪ ਸਿੱਧੂ ਅੱਜ ਵਾਪਸ ਆ ਜਾਂਦੇ ਨੇ, ਜਾਂ ਦੀਪ ਸਿੱਧੂ ਦਾ ਬਿਲਕੁਲ ਸਹੀ ਹੋ ਜਾਂਦਾ, ਜਾਂ ਉਹਨਾਂ ਦੀ ਕਾਨੂੰਨ ਦੇ ਦਾਇਰੇ ਵਿੱਚ ਜੋ ਉਹਨਾਂ ਨੇ ਪੁਲਿਸ ਉਹਨਾਂ ਦੇ ਕੇਸ ਕਰਦੀ ਹੈ, ਵਾਪਸ ਆ ਗਏ ਤਾਂ ਨਾਲ ਚੱਲੋਗੇ ਦੀਪ ਸਿੱਧੂ ਦੇ? ਤੀਜਾ ਧਿਰ ਬਣਾਓਗੇ?
ਦੇਖੋ ਜਿਹੜੀ ਤੀਜੀ ਧਿਰ ਦੀ ਗੱਲ ਹੈ, ਤੀਜੀ ਧਿਰ ਪੰਜਾਬ ਦੇ ਲੋਕਾਂ ਦੀ ਮੰਗ ਹੈ, ਕੋਈ ਮੇਰੀ ਮੰਗ ਨਹੀਂ ਹੈ। ਨਹੀਂ ਤੁਸੀਂ ਸਟੈਂਡ ਲਓਗੇ ਦੀਪ ਸਿੱਧੂ ਪਿੱਛੇ? ਦੇਖੋ ਮੈਂ ਇਕੱਲੇ ਦੀਪ ਸਿੱਧੂ ਪਿੱਛੇ ਨਹੀਂ ਸਟੈਂਡ, ਮੈਂ ਤਾਂ ਪੰਜਾਬ ਦੇ ਲੋਕਾਂ ਦੇ ਪਿੱਛੇ ਸਟੈਂਡ ਲੈ ਰਿਹਾ। ਔਰ ਦੂਜੀ ਗੱਲ ਇਹ ਹੈ, ਜਦੋਂ 2015 ਦੇ ਵਿੱਚ ਫਤਿਹ ਦਿਵਸ ਮਨਾਇਆ ਗਿਆ ਦਿੱਲੀ 'ਚ, ਤਾਂ ਫਤਿਹ ਦਿਵਸ ਦੇ ਟਾਈਮ ਸ਼੍ਰੋਮਣੀ ਕਮੇਟੀ ਦਿੱਲੀ ਵੱਲੋਂ ਨਿਸ਼ਾਨ ਸਾਹਿਬ ਵੀ ਲਾਏ ਗਏ ਤੇ ਉੱਥੇ ਸਾਰਾ ਕੁਝ ਕਰਿਆ ਗਿਆ ਸੀਗਾ। ਜਿਹੜਾ ਹੁਣ ਦਾ ਮੌਕਾ ਸੀਗਾ, ਮੈਂ ਇੱਕ ਤੁਹਾਡੇ ਚੈਨਲ ਦੇ ਜ਼ਰੀਏ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਮੈਂ ਨਾਮ ਚਲੋ ਕੀ ਲੈਣਾ, ਤੁਸੀਂ ਉਸ ਦਿਨ ਦੇ ਸਾਰੇ ਚੈਨਲਾਂ ਦੀਆਂ ਫੁਟੇਜ ਜ਼ਰੂਰ ਕੱਢ ਕੇ ਦੇਖੋ ਕਿ ਪਹਿਲਾਂ ਕਿੰਨੀ ਕੁ ਸੰਗਤ ਪਹਿਲਾਂ ਗਈ ਹੋਈ ਸੀ। ਹਰਿਆਣੇ ਤੋਂ ਵੀ ਸੰਗਤ ਗਈ ਹੋਈ ਸੀ, ਗਾਜ਼ੀਆਬਾਦ ਬਾਰਡਰ ਤੋਂ ਵੀ ਟਰੈਕਟਰ ਆਏ ਹੋਏ ਸੀਗੇ, ਇਕੱਲੇ ਇੱਧਰੋਂ ਹੀ ਨਹੀਂ ਗਏ ਹੋਏ ਸੀ। ਸੋ ਇਹ ਹੈਗਾ ਜਾਂਚ ਦਾ ਵਿਸ਼ਾ ਕਿ ਕਿਹਨੇ ਨਿਸ਼ਾਨ ਸਾਹਿਬ ਲਾਇਆ। ਦੂਜੀ ਗੱਲ, ਜਿਹੜਾ ਸਾਡਾ ਰਾਸ਼ਟਰੀ ਫਲੈਗ ਹੈ, ਰਾਸ਼ਟਰੀ ਝੰਡਾ ਹੈ, ਉਹਦੀ ਕੋਈ ਬੇਅਦਬੀ ਨਹੀਂ ਹੋਈ ਹੈ। ਜੇ ਨਿਸ਼ਾਨ ਸਾਹਿਬ ਲੱਗ ਗਿਆ ਤਾਂ ਉਹਦੇ ਨਾਲ ਬੇਅਦਬੀ ਨਹੀਂ ਹੋਈ। ਹਾਂ ਠੀਕ ਹੈ, ਮੈਂ ਇਹ ਤੋਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਕਿਹਾ ਸੀਗਾ ਕਿ ਇਹ ਸਮਾਂ ਨਹੀਂ ਹੈਗਾ, ਸਾਨੂੰ ਕੇਵਲ ਕਿਸਾਨੀ ਮੁੱਦੇ 'ਤੇ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਜਿਹੜਾ ਬੀਜੇਪੀ ਹੈ, ਬੀਜੇਪੀ ਦੀ ਸੌੜੀ ਸੋਚ ਹੈ। ਜਦੋਂ ਦਾ ਬੀਜੇਪੀ ਦੇ ਵਰਕਰ ਇੱਕ ਹਾਈ ਕੋਰਟ ਦੇ ਉੱਤੇ ਚੜ੍ਹ ਕੇ ਰਾਸ਼ਟਰੀ ਝੰਡਾ ਲਾ ਕੇ ਉਹ ਬੀਜੇਪੀ ਦਾ ਝੰਡਾ ਲਾ ਦੇਣ, ਫਿਰ ਤਾਂ ਇਹਨਾਂ ਨੂੰ ਰਾਸ਼ਟਰੀ ਝੰਡੇ ਦੀ ਬੇਅਦਬੀ ਨਹੀਂ ਦਿਖਦੀ। ਜਦੋਂ ਕਿਤੇ ਹੋਰ ਅਜਿਹੀਆਂ ਘਟਨਾਵਾਂ ਹੋ ਜਾਣ, ਫਿਰ ਤਾਂ ਇਹਨਾਂ ਨੂੰ ਅਜਿਹੀ ਗੱਲ ਨਹੀਂ ਦਿਖਦੀ। ਲੇਕਿਨ ਸਾਡੇ 'ਤੇ ਇਹ ਸਪੈਸ਼ਲ ਟਾਰਗੇਟ ਕਰਦੇ ਆ, ਕਿਉਂਕਿ ਇਹਨਾਂ ਬਿੱਲਾਂ ਨੂੰ ਵਾਪਸ ਕਰਾਉਣ ਦੇ ਲਈ ਅਗਵਾਈ ਪੰਜਾਬ ਨੇ ਸਭ ਤੋਂ ਵੱਧ ਕਰੀ ਹੈ। ਇਸ ਕਰਕੇ ਅੱਜ ਵੀ ਮੈਂ ਮਹਿਸੂਸ ਕਰਦਾ ਕਿ ਸਾਡੇ ਜਿਹੜੇ ਕਿਸਾਨ ਆਗੂ ਹੈ, ਸੰਯੁਕਤ ਮੋਰਚੇ ਦੇ ਆਗੂ ਹੈ, ਚਲੋ ਜੋ ਉਹ ਤੋਂ ਬਾਅਦ 1-2 ਦਿਨਾਂ ਬਾਅਦ ਹੋਇਆ, ਸ਼ਾਇਦ ਉਹਨਾਂ ਕੋਲ ਵੀ ਫੁਟੇਜ ਵਗੈਰਾ ਨਹੀਂ ਸੀਗੀਆਂ ਜੋ ਵੀ ਕਿਹਾ ਗਿਆ, ਉਹਨਾਂ ਨੂੰ ਵੀ ਇਹ ਚਾਹੀਦਾ ਹੈ ਕਿ ਇਹਨਾਂ ਗੱਲਾਂ ਨੂੰ ਬਾਹਲਾ ਨਾ ਵਧਾ ਕੇ, ਕਿਉਂਕਿ ਹਾਲਾਤ ਅੱਜ ਸਾਰਿਆਂ ਦੇ ਸਾਹਮਣੇ ਆ, ਜੇ ਫੁਟੇਜ ਉਹ ਵੀ ਦੇਖਣਗੇ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਕਿ ਕਿਸੇ ਦਾ ਇਕੱਲੇ ਦਾ ਦੋਸ਼। ਜਿਹੜੀ 5 ਮੈਂਬਰ ਕਮੇਟੀ ਬਣੀ ਸੀ, ਤੁਹਾਡਾ ਵੀ ਉਹਦੇ 'ਚ ਨਾਮ ਆਉਂਦਾ ਕਿ ਉਹ ਬਰਕਰਾਰ ਹੈਗੀ ਕਿ ਟੁੱਟ ਗਈ ਹੈ? 5 ਮੈਂਬਰੀ ਜਿਹੜੀ ਤੁਸੀਂ ਕਮੇਟੀ ਦੀ ਗੱਲ ਕਰਦੇ ਆ, ਉਹ ਤਾਂ ਜਿੰਨੀ ਦੇਰ ਅਸੀਂ ਸ਼ੰਭੂ ਮੋਰਚਾ ਚਲਾ ਕੇ ਰੱਖਿਆ ਸੀ, ਉਹਦੇ ਪ੍ਰਬੰਧਕ ਨਾਰਮਲ ਆਮ ਸੀਗੇ। ਤੇ ਜਦੋਂ ਫਿਰ ਦਿੱਲੀ ਇਹ ਫੈਸਲੇ ਵੀ ਤੁਹਾਡੇ ਹੁੰਦੇ ਸੀ ਨਾ, ਉਹਦੇ ਵਿੱਚ ਕੋਈ ਵੀ ਫੈਸਲਾ ਲੈਣਾ ਹੋਵੇ ਸ਼ੰਭੂ ਦੇ ਉੱਤੇ? ਫੈਸਲਾ ਉੱਥੇ ਕੀ ਐਡਾ ਸੀਗਾ ਜੀ? ਫੈਸਲਾ ਤਾਂ ਅਸੀਂ ਲੰਗਰ ਚਲਾ ਰਹੇ ਸੀਗੇ, ਬਕਾਇਦਾ ਉਹਦੇ ਪਿੱਛੇ ਲਿਖ ਕੇ ਲਾਇਆ ਵਾ ਸੀਗਾ ਵੀ ਸਾਨੂੰ ਕੋਈ ਬੰਦਾ ਫੰਡ ਨਾ ਦੇਵੇ, ਸਾਨੂੰ ਕੋਈ ਬੰਦਾ ਪੈਸਾ ਨਾ ਦੇਵੇ, ਅਸੀਂ ਬਕਾਇਦਾ ਪਿੱਛੇ। ਤੀਜੀ ਧਿਰ ਦੀ ਗੱਲ ਵੀ ਉੱਥੇ ਨਿਕਲਦੀ ਨਾ, 5 ਮੈਂਬਰ ਕਮੇਟੀ ਦੀ ਸਲਾਹ ਹੁੰਦੀ ਹੈ। ਨਹੀਂ, ਉਹ ਤਾਂ ਚਲੋ ਹੋ ਗਈ, ਫਿਰ ਹੁਣ ਇਕੱਠੇ ਹੈਗੇ 5 ਮੈਂਬਰ ਕਮੇਟੀ ਕਿ ਟੁੱਟ ਗਈ? ਮੇਰੀ ਗੱਲ ਸੁਣੋ ਜੀ, 5 ਮੈਂਬਰੀ ਕਮੇਟੀ ਤਾਂ ਜਦੋਂ ਅਸੀਂ ਸ਼ੰਭੂ ਮੋਰਚਾ ਚਲਾਇਆ ਹੋਇਆ ਸੀ, ਅਸੀਂ ਉਦਣ ਉਹ ਪ੍ਰਬੰਧ ਚਲਾਉਣ ਲਈ ਸੀਗੇ। ਤੇ ਉਦੋਂ ਬਾਅਦ ਅਸੀਂ ਸਾਰਾ ਦਿੱਲੀ ਸਾਰਿਆਂ ਨੇ ਅਸੀਂ ਫੈਸਲਾ ਕਰ ਲਿਆ ਵੀ ਜਦੋਂ ਕਿਸਾਨ ਆਗੂ ਸਾਰੇ ਦਿੱਲੀ ਚਲੇ ਗਏ ਤਾਂ ਸਾਨੂੰ ਵੀ ਦਿੱਲੀ ਸਾਥ ਦੇਣਾ ਚਾਹੀਦਾ। ਭਾਵੇਂ ਅੱਜ ਸਾਨੂੰ ਰਾਜੇਵਾਲ ਸਾਹਿਬ ਕਹੀ ਜਾਣ ਕਿ ਫਲਾਣੇ ਦਾ ਜ਼ੀਰੋ ਯੋਗਦਾਨ ਹੈ, ਲੇਕਿਨ ਯੋਗਦਾਨ ਤਾਂ ਸਾਰਿਆਂ ਦਾ ਹੀ ਹੁੰਦਾ ਹੈ। ਔਰ ਸਾਡੇ ਬਜ਼ੁਰਗ ਹੈ, ਰਾਜੇਵਾਲ ਸਾਹਿਬ ਵੀ ਬਜ਼ੁਰਗ ਹੈ, ਸਾਡੇ ਤਾਂ ਸਾਰੇ ਬਜ਼ੁਰਗ ਹੈ। ਅਸੀਂ ਤਾਂ ਜੇ ਕੋਈ ਬਜ਼ੁਰਗ ਸਾਨੂੰ ਗਲਤ ਵੀ ਕਹਿ ਦੂਗਾ, ਅਸੀਂ ਤਾਂ ਵੀ ਉਹਨਾਂ ਨੂੰ ਸਹੀ ਕਹਾਂਗੇ, ਅਸੀਂ ਕਿਸੇ ਬਜ਼ੁਰਗ ਨੂੰ। ਬਾਕੀ ਮੈਂ ਹਾਂ ਇੰਨਾ ਕੁ ਜ਼ਰੂਰ ਹੈ ਵੀ ਸਟੇਜ ਦੇ ਉੱਤੇ ਗਦਾਰ ਦਾ ਸਰਟੀਫਿਕੇਟ ਦੇ ਦੇਣਾ ਇਹ ਕੋਈ ਚੰਗੀ ਗੱਲ ਨਹੀਂ। ਗਦਾਰ ਕੌਣ ਹੈ, ਸਰਦਾਰ ਕੌਣ ਹੈ, ਇਹ ਪੰਜਾਬ ਦੇ ਲੋਕਾਂ ਨੇ ਦੱਸਣਾ ਹੈ। ਐਂ ਸਟੇਜਾਂ ਦੇ ਉੱਤੇ ਨਾਅਰੇ ਮਾਰ ਕੇ ਕਿਸੇ ਨੂੰ 5 ਮਿੰਟ 'ਚ ਗਦਾਰ ਬਣਾ ਦੇਣਾ ਜਾਂ ਸਰਦਾਰ ਬਣਾ ਦੇਣਾ, ਇਹ ਪੰਜਾਬੀਆਂ ਦੀ ਫਿਤਰਤ ਨਹੀਂ ਹੈ। ਇਹ ਆਪਾਂ ਤਾਂ ਭਾਈ ਘਨੱਈਏ ਵਾਲੇ ਵਾਰਸ ਹੈ। ਭਾਈ ਘਨੱਈਆ ਤਾਂ ਦੁਸ਼ਮਣਾਂ ਦੇ ਵੀ ਪਾਣੀ ਪਿਆਉਂਦਾ ਸੀ। ਗੁਰੂ ਸਾਹਿਬ ਨੇ ਕਿਹਾ ਸੀ ਲੈ ਤੂੰ ਮੱਲਮ ਪੱਟੀ ਵੀ ਕਰ ਦਿਆ ਕਰ। ਆਪਾਂ ਉਹ ਰੋਲ ਅਦਾ ਕਰੀਏ ਕਿ ਆਪਾਂ ਤਾਂ ਬਗਾਨਿਆਂ ਨੂੰ ਵੀ ਉਹ ਕਰਾ ਰਹੇ ਹਾਂ। ਸੋ ਮੇਰੀ ਸੰਯੁਕਤ ਮੋਰਚੇ ਦੇ ਆਗੂਆਂ ਨੂੰ ਵੀ ਬੇਨਤੀ ਹੈ, ਨਿਮਰਤਾ ਭਰੀ ਬੇਨਤੀ ਹੈ ਕਿ ਤੁਸੀਂ ਦੀਪ ਸਿੱਧੂ ਨੂੰ ਇੰਨਾ ਜਾਂ ਲੱਖੇ ਸਿਧਾਣੇ ਨੂੰ ਇੰਨਾ ਉਹ ਕਰਕੇ, ਹੁਣ ਲੱਖੇ ਸਿਧਾਣੇ ਦਾ ਰੋਲ ਕਿਤੇ ਆਪਾਂ ਘੱਟ ਮੰਨ ਸਕਦੇ ਹਾਂ ਜੀ? ਫਿਰ ਲੱਖੇ ਸਿਧਾਣੇ ਨੂੰ ਸ਼ੰਭੂ ਮੋਰਚੇ ਸ਼ਾਮਲ ਕਿਉਂ ਨਹੀਂ ਕੀਤਾ ਗਿਆ? ਦੇਖੋ ਜਿਹੜੇ ਦਿਨ ਕਿਸਾਨ ਭਵਨ ਮੀਟਿੰਗ ਹੋਈ ਹੈ, ਸਾਰੇ ਇਹ ਸਿੰਗਰ ਸੀਗੇ। ਮੈਂ ਬਲਕਿ ਗੱਲਾਂ 'ਚੋਂ ਗੱਲ ਰਹਿ ਜਾਂਦੀ ਹੈ, ਮੈਂ ਜਿਹੜੇ 1-2 ਸਿੰਗਰ ਰੋਜ਼ ਲਾਈਵ ਹੋ ਕੇ ਕਹਿ ਦਿੰਦੇ ਆ ਜੀ ਫਲਾਣਾ ਬੀਜੇਪੀ ਦਾ, ਫਲਾਣਾ ਬੀਜੇਪੀ ਦਾ। ਮੈਂ ਉਹਨੂੰ ਇੱਕ ਮੁੰਡੇ ਨੂੰ, ਆ ਕਿਹੜਾ ਸਿੰਗਰ ਸੀਗਾ ਜਿਹਨੇ ਕੱਲ੍ਹ ਪਰਸੋਂ ਲਾਈਵ ਹੋ ਕੇ ਗੱਲ ਕਰੀ ਹੈ, ਮੈਂ ਉਹਨੂੰ ਪੁੱਛਦਾ ਕਿ ਚਲੋ ਦੀਪ ਸਿੱਧੂ ਗੱਲ ਕਰਦੇ ਹੋ ਸ਼ਾਇਦ, ਹਾਂ ਕੌਣ ਹੈ, ਤੇ ਉਹ ਮੰਨ ਲਓ ਬੀਜੇਪੀ ਦਾ। ਜੇ ਦੀਪ ਸਿੱਧੂ ਬੀਜੇਪੀ ਦਾ ਏਜੰਟ ਹੋਵੇ ਤਾਂ ਉਹ ਲਾਈਵ ਹੋ ਕੇ ਆਪਣੇ ਆਪ ਨੂੰ ਕਿਉਂ ਡੈਮੇਜ ਕਰਦਾ ਉੱਥੇ? ਜੇ ਉਹ ਲਾਈਵ ਹੁੰਦਾ, ਲਾਈਵ ਹੋ ਕੇ ਦੀਪ ਸਿੱਧੂ ਆਪਣੇ ਆਪ ਨੂੰ ਕਿਉਂ ਡੈਮੇਜ ਕਰਦਾ? ਇਹ ਜਾਂਚ ਦਾ ਵਿਸ਼ਾ ਹੈ। ਮੈਂ ਨਹੀਂ ਕਹਿੰਦਾ ਉਹ ਹੈ ਨਹੀਂ ਹੈ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਬਟ ਤੁਸੀਂ ਕਲਖਤ ਕੌਣ ਹੈ ਕਿਸੇ ਨੂੰ ਸਰਟੀਫਿਕੇਟ ਦੇਣ ਵਾਲੇ? ਜਿਹੜਾ ਜਲੂਸ
ਮੈਂ ਮਾਫ ਕਰਨਾ, ਸਾਰੇ ਸਿੰਗਰ ਮਾੜੇ ਨਹੀਂ, ਸਾਰੇ ਚੰਗੇ ਨਹੀਂ। ਜਿਹੜਾ ਜਲੂਸ ਤੁਹਾਡਾ ਮੈਂ ਕਿਸਾਨ ਭਵਨ 'ਚ ਦੇਖਿਆ ਹੈ, ਤੁਸੀਂ ਤਾਂ ਮੈਕ ਖੋਹਣ ਵਾਸਤੇ ਇੱਕ ਦੂਏ 'ਤੇ ਅੱਗੇ ਪਿੱਛੇ ਹੋ ਰਹੇ ਸੀ ਜਦੋਂ ਤੁਹਾਡੀ ਕਿਸਾਨ ਭਵਨ ਮੀਟਿੰਗ ਹੋਈ ਹੈ ਕਿਸਾਨ ਆਗੂਆਂ ਦੇ ਨਾਲ। ਇਹਦਾ ਸਾਰੇ ਕਿਸਾਨ ਆਗੂ ਇਹ ਚੰਗੇ ਆ ਜਿਹੜੇ ਤੁਹਾਨੂੰ ਨਾਲ ਲੈ ਕੇ ਚੱਲੀ ਜਾਂਦੇ ਆ। ਤੁਹਾਡਾ ਰੋਲ ਇੰਨਾ ਵੱਡਾ ਹੈ, ਤੁਸੀਂ 5-7 ਸਿੰਗਰਾਂ ਦੇ ਜਿਹੜੇ ਗਾਣੇ ਹੈ ਪੇਚਾ ਪੈ ਗਿਆ ਦਿੱਲੀ ਨਾਲ ਜਾਂ ਹੋਰ, ਉਹਨਾਂ ਨੇ ਜੋਸ਼ ਬਹੁਤ ਭਰਿਆ ਨੌਜਵਾਨਾਂ 'ਚ। ਬਹੁਤ ਵੱਡਾ ਰੋਲ ਹੈ ਤੁਹਾਡਾ, ਤੁਸੀਂ ਵੀ ਇਸ ਸੰਘਰਸ਼ ਨੂੰ ਬੜਾ ਅੱਗੇ ਲੈ ਕੇ ਗਏ ਹੋ। ਅਸੀਂ ਇਹ ਨਹੀਂ ਕਹਿੰਦੇ, ਪਰ ਐਵੇਂ ਇਹ ਜਿਹੜਾ ਆਪਾਂ ਨਾ ਜੀ ਰੋਜ਼ ਬਾਈ ਜੀ ਲਾਈਵ ਹੋ ਜਾਂਦੇ ਆ, ਇਹ ਲਾਈਵ ਵੀ ਕਿਤੇ ਨਾ ਕਿਤੇ ਸਾਨੂੰ ਮਰਵਾ ਦਿੰਦਾ ਹੈ। ਬਾਅਦ ਦੇ ਵਿੱਚ ਦੀਪ ਸਿੱਧੂ ਲਾਈਵ ਹੋਇਆ ਸੀ, ਬਿਲਕੁਲ ਉਹਦੀ ਗਲਤੀ ਹੈ। ਮੈਂ ਤਾਂ ਜੀ 4 ਦਿਨ ਪਹਿਲਾਂ ਇੱਕ ਚੈਨਲ ਨੇ ਮੇਰੇ ਤੋਂ ਇੰਟਰਵਿਊ ਲਈ, ਮੈਂ ਕਿਹਾ ਵੀ ਸਾਨੂੰ ਇੱਥੇ ਧਾਰਮਿਕ ਗੱਲ ਨਹੀਂ ਕਰਨੀ ਚਾਹੀਦੀ। ਧਾਰਮਿਕ ਤਾਂ ਅਸੀਂ ਹੈਗੇ ਹੀ ਹਾਂ, ਸਾਨੂੰ ਕਿਹੜਾ ਕਿਸਾਨ ਅੰਦੋਲਨ ਦੇ ਵਿੱਚ ਆ ਕੇ ਧਾਰਮਿਕ ਗੱਲਾਂ ਕਰਨ ਦੀ ਲੋੜ ਹੈ। ਸਾਡੇ ਨਾਲ ਤਾਂ ਜਿਹੜਾ ਅਸੀਂ ਮੰਨ ਲਓ ਮੈਂ ਸਿੱਖ ਹਾਂ, ਸਾਡੇ ਅੰਦਰੋਂ ਸਿੱਖ ਨਹੀਂ ਨਿਕਲ ਸਕਦੇ। ਹਿੰਦੂ ਪੱਕਾ ਹਿੰਦੂ ਹੋਵੇ, ਮੁਸਲਮਾਨ ਈਸਾਈ, ਅਸੀਂ ਸਾਰੇ ਧਾਰਮਿਕ ਤੌਰ 'ਤੇ ਜ਼ਰੂਰੀ ਜੁੜੇ ਹੋਏ ਹਾਂ। ਇਹ ਅੰਦੋਲਨ ਕਿਸਾਨ ਦਾ ਹੈ, ਇਹ ਕਿਸੇ ਹੋਰ ਦਾ ਨਹੀਂ। ਸੋ ਇਸ ਕਰਕੇ ਚਲੋ ਜੇ ਉੱਥੇ ਕੋਈ ਆਪਣੇ ਝੰਡੇ ਦੀ ਕੋਈ ਗਲਤੀ ਹੋ ਗਈ ਤਾਂ ਉਸ ਗੱਲ ਨੂੰ, ਜਿਵੇਂ ਉਗਰਾਹਾਂ ਸਾਹਿਬ ਨੇ ਬੜਾ ਵਧੀਆ ਗੱਲ ਕਰੀ ਸੀਗੀ, ਉਗਰਾਹਾਂ ਸਾਹਿਬ ਨੇ ਉਸ ਗੱਲ ਨੂੰ ਮੋਲਡ ਕੀਤਾ ਸੀ। ਸੋ ਮੈਨੂੰ ਲੱਗਦਾ ਸੰਯੁਕਤ ਮੋਰਚੇ ਵਾਲੇ ਸਾਰੇ ਆਗੂਆਂ ਨੂੰ ਵੀ ਉਸ ਗੱਲ ਨੂੰ ਉੱਦਾਂ ਮੋਲਡ ਕਰਨਾ ਚਾਹੀਦਾ ਹੈ, ਕਿਸੇ ਇੱਕ ਦੇ ਉੱਤੇ ਠੱਪਾ ਨਹੀਂ ਲਾ ਦੇਣਾ ਚਾਹੀਦਾ। ਲੱਖੇ ਸਿਧਾਣੇ ਨੂੰ ਕਿਉਂ ਨਹੀਂ ਉੱਥੇ ਲੈ ਕੇ ਗਏ ਸ਼ੰਭੂ ਮੋਰਚੇ ਦੇ ਉੱਤੇ? ਕੀ ਗੱਲ ਸੀ? ਤੁਸੀਂ 5 ਮੈਂਬਰੀ ਕਮੇਟੀ ਵਿੱਚ ਜੇ ਹੈਗੇ ਸੀ, ਕਾਰਨ ਕੀ ਸੀ? ਕਿਉਂਕਿ ਉੱਥੇ ਸ਼ਾਇਦ ਬੋਲਣ ਨਹੀਂ ਦਿੱਤਾ ਗਿਆ। ਜੇ ਤੁਹਾਡੇ ਵੀ ਯਾਦ ਹੈ ਬੋਲਿਆ ਗਿਆ, ਤੁਸੀਂ ਜ਼ਿਕਰ ਕਰ ਸਕਦੇ ਹੋ ਕਿ ਲੱਖੇ ਸਿਧਾਣੇ ਨੂੰ ਕਿਉਂ ਨਹੀਂ ਲਿਆ ਗਿਆ? ਇਸ ਕੋਈ ਬੜੀ ਚਰਚਾ ਬਣਦੀ ਦੀ ਹੈ। ਲੱਖੇ ਸਿਧਾਣੇ ਨੂੰ ਬਾਰ-ਬਾਰ ਬੇਨਤੀਆਂ ਵੀ ਕਰੀਆਂ ਗਈਆਂ, ਲੱਖੇ ਸਿਧਾਣੇ ਨੂੰ ਆਉਣ ਵਾਸਤੇ ਵੀ ਕਿਹਾ ਗਿਆ। ਲੱਖੇ ਸਿਧਾਣੇ ਦੇ ਪ੍ਰੋਗਰਾਮ ਹੋ ਸਕਦਾ ਪੰਜਾਬ ਦੇ ਵਿੱਚ ਹੋਰ ਤਰ੍ਹਾਂ ਦੇ ਉਹਨੇ ਸ਼ੁਰੂ ਕੀਤੇ ਹੋਣ। ਸੋ ਲੱਖੇ ਸਿਧਾਣੇ ਨੂੰ ਕਦੇ ਵੀ ਨਹੀਂ ਇਹੀ ਜੀ ਗੱਲ ਵੀ ਲੱਖੇ, ਤੁਸੀਂ ਮਨਾ ਕੀਤਾ ਸੀ ਕਿ ਉਹਨੇ ਖੁਦ ਕਿਹਾ ਸੀ ਮੈਂ ਨਹੀਂ ਆਉਣਾ? ਨਹੀਂ, ਦੇਖੋ ਅਸੀਂ ਕਿਉਂ ਮਨਾ ਕਰਾਂਗੇ ਜੀ? ਲੱਖੇ ਨੂੰ ਤਾਂ ਅੱਜ ਤੱਕ ਗਲਵੱਕੜੀ 'ਚ ਪਾਉਂਦੇ ਆ। ਲੱਖਾ ਜਾਂ ਦੀਪ ਜਾਂ ਹੋਰ ਸਾਰੇ ਅਸੀਂ ਤਾਂ ਹਰ ਇੱਕ ਬੰਦੇ ਨੂੰ ਬੁਲਾਇਆ ਜਦੋਂ ਤੱਕ ਉਹ ਚੱਲਿਆ, ਤੇ ਉਹਦੇ ਵੱਲੋਂ ਵੀ ਕੋਈ ਅਜਿਹੀ ਗੱਲ ਨਹੀਂ ਵੀ ਉਹਦੇ ਵੱਲੋਂ ਕੋਈ ਮਨਾ ਹੋਵੇ। ਹੋ ਸਕਦਾ ਪ੍ਰੋਗਰਾਮਾਂ ਦੇ ਵਿੱਚ ਜਿਵੇਂ ਉਹ ਸਾਰੇ ਜਿੰਨੇ ਵੀ ਕਿਸਾਨ ਯੂਨੀਅਨ ਦੇ ਪ੍ਰੋਗਰਾਮ ਸੀ ਉੱਥੇ ਚਲਿਆ ਜਾਂਦਾ ਸੀਗਾ। ਸੋ ਇੱਦਾਂ ਦਾ ਕੋਈ ਵੰਡ ਕੇ ਪ੍ਰੋਗਰਾਮ ਹੋ ਗਿਆ ਹੋਵੇ। ਕਿ ਗਾਇਕਾਂ ਦਾ ਸਟੈਪ ਜੋ ਚੱਕਿਆ ਸੀ, ਗਾਇਕਾਂ ਦੀ ਵੀ ਸ਼ਾਇਦ ਕਮੇਟੀ ਬਣੀ ਹੋਏਗੀ, ਤੁਹਾਨੂੰ ਯਾਦ ਹੋਣਾ 5 ਸੀ, ਫਿਰ ਬਾਅਦ 7 ਬੰਦੇ ਉਹਨਾਂ ਨੇ ਕਿਹਾ ਸੀ। ਕੀ ਲੱਗਦਾ ਕਿ ਗਾਇਕਾਂ ਦੀ ਕਮੇਟੀ ਵਿੱਚੋਂ ਇੱਕ ਡੈਮੇਜ ਹੋਇਆ ਕਿ ਵਾਕਈ ਹੀ ਸ਼ੰਭੂ ਮੋਰਚੇ ਦੇ ਇਸ ਚੀਜ਼ ਦਾ ਅਸਰ ਪਿਆ ਸੀ ਗਾਇਕਾਂ ਨੂੰ ਲੈ ਕੇ? ਇਹਨਾਂ ਦੀ ਕਮੇਟੀ ਉਹ ਨਹੀਂ ਬਣ ਸਕੀ ਜੀ, ਇਹ ਐਵੇਂ ਬੋਲਦੇ ਆ। ਮੈਂ ਉਦੋਂ ਉੱਥੇ ਹੀ ਸੀਗਾ ਕਿਸਾਨ ਭਵਨ, ਤੇ ਇਹਨਾਂ ਦੀ ਕੋਈ ਕਹਿਦਾ ਸੀਗਾ ਵੀ ਅਸੀਂ ਕਮੇਟੀ ਬਣਾ ਕੇ ਤੁਹਾਨੂੰ ਦੱਸਾਂਗੇ। ਕਿਸਾਨ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਹੁੰਦੀ ਹੈ, ਮੀਟਿੰਗ ਹੋਣ ਤੋਂ ਬਾਅਦ ਉੱਥੇ ਇਹ ਕਿਹਾ ਜਾਂਦਾ ਹੈ ਵੀ ਇੰਨੇ ਮੈਂਬਰਾਂ ਦੀ ਕਮੇਟੀ ਬਣਾ ਲਓ। ਇਹਨਾਂ ਦਾ ਕੋਈ ਕਮੇਟੀ ਦਾ ਹੀ ਫੈਸਲਾ ਨਹੀਂ ਹੋ ਸਕਿਆ ਵੀ ਸਾਡੀ ਕਿੰਨੇ ਮੈਂਬਰਾਂ ਦੀ ਕਮੇਟੀ ਗੱਲ ਕਰੂਗੀ। ਗੱਲ ਤਾਂ ਆ ਹੈ, ਹੁਣ ਭਾਵੇਂ ਕੁਛ ਕਹੀ ਜਾਣ। 26 ਨਵੰਬਰ ਤੋਂ ਲੈ ਕੇ 26 ਜਨਵਰੀ ਤੱਕ ਜਿਸ ਤੱਕ ਲੱਖੇ ਸਿਧਾਣੇ ਨੂੰ ਜਾਂ ਦੀਪ ਸਿੱਧੂ ਨੂੰ ਲੈ ਕੇ ਨੌਜਵਾਨ ਜਿਹੜੇ ਸੀ ਉਹ ਪੂਰਾ ਦਸ਼ ਮੰਨਦੇ ਸੀ ਵੀ ਠੀਕ ਹੈ ਤੱਕ ਧਰਨਾ ਲੈ ਕੇ ਆਏ ਨੇ। 26 ਜਨਵਰੀ ਤੋਂ ਬਾਅਦ ਦੋਨੋਂ ਹੀ ਹੁਣ ਮੁਸੀਬਤ ਵਿੱਚ ਹੈਗੇ ਨੇ। 2 ਮਹੀਨੇ ਤੋਂ ਬਾਅਦ ਕੀ ਕਾਰਨ ਮੰਨਦੇ ਹੋ? 2 ਮਹੀਨੇ ਬਾਅਦ ਇਹ ਚੀਜ਼ ਵਾਪਰ ਜਾਂਦੀ ਹੈ। 26 ਜਨਵਰੀ ਤੋਂ ਬਾਅਦ ਹੀ ਦੋਨੋਂ ਇਸ ਸਮੇਂ ਇਹ ਸੋਚਦੇ ਨੇ ਕਿ ਹੁਣ ਅਸੀਂ ਜੋ ਸਾਡੇ ਕੇਸ ਲਗਾਏ ਗਏ ਨੇ ਅਸੀਂ ਬਚੀ ਕਿਵੇਂ ਇਸ ਤੋਂ। ਤੁਸੀਂ ਦੇਖੋ ਜਿਹੜੀ ਤਰੀਕ ਨੂੰ ਲੱਖੇ ਸਿਧਾਣੇ ਨੂੰ ਤੇ ਦੀਪ ਸਿੱਧੂ ਨੂੰ ਡੈਮੇਜ ਕੀਤਾ ਜਾਂਦਾ ਹੈ, 26 ਜਨਵਰੀ ਗੱਲ ਕਰ 26 ਜਨਵਰੀ ਨੂੰ ਨਿਸ਼ਾਨ ਸਾਹਿਬ ਦੀ ਗੱਲ ਕਰਕੇ, ਉਸੇ ਦਿਨ ਤੋਂ ਬਾਅਦ ਬਾਦਲ ਦਲੀਆਂ ਦਾ ਜਾਣਾ ਧਰਨੇ 'ਚ ਸ਼ੁਰੂ ਹੋ ਜਾਂਦਾ ਹੈ। ਉਸੇ ਦਿਨ ਤੋਂ ਬਾਅਦ ਫਿਰ ਡੈਮੇਜ ਉਹਨਾਂ ਨੇ ਕੀਤਾ। ਦੇਖੋ ਮੇਰੀ ਗੱਲ ਸੁਣੋ, ਇਹ ਪੰਜਾਬ ਦੇ ਲੋਕ ਨਿਰਣਾ ਕਰਨ। ਨਹੀਂ, ਪੰਜਾਬ ਸਿਆਸਤ ਦੀ ਤੁਸੀਂ ਗੱਲ ਕਰ ਰਹੇ ਹੋ। ਦੇਖੋ ਮੇਰੀ ਗੱਲ ਸੁਣੋ, ਤੁਸੀਂ ਮੇਰੇ ਤੋਂ ਸਵਾਲ ਪੁੱਛਿਆ, ਮੈਂ ਉਹਦਾ ਜਵਾਬ ਦੇ ਰਿਹਾ। ਜਿਹੜੇ ਦਿਨ ਇਹਨਾਂ 2 ਨੌਜਵਾਨਾਂ ਨੂੰ ਇੱਕ ਗੱਲ ਕਰਕੇ ਡੈਮੇਜ ਕਰਤਾ, ਇੱਕ ਫੋਟੋ ਦਿਖਾ ਕੇ ਦੀਪ ਨੂੰ ਕਹਿਤਾ ਇਹ ਪੰਜਾਬ ਬੀਜੇਪੀ ਦੇ ਨਾਲ ਹੈ, ਹੋਰ ਕਿੰਨੇ ਬੰਦਿਆਂ ਦੀਆਂ ਕਿਸਾਨ ਨੇ ਉਹਨਾਂ ਦੇ ਆਗੂਆਂ ਦੀਆਂ ਵੀ ਪਹਿਲਾਂ ਉਹ ਕੋਈ ਅਕਾਲੀ ਦਲ 'ਚ ਰਿਹਾ, ਕੋਈ ਕਿਸੇ 'ਚ ਰਿਹਾ। ਹੁਣ ਸਭ ਤੋਂ ਵੱਡਾ ਤਾਂ ਬੀਜੇਪੀ ਦਾ ਸਾਬਕਾ ਵਿਧਾਇਕ ਤੇ ਮੌਜੂਦਾ ਬੀਜੇਪੀ ਦਾ ਸਾਰਿਆਂ ਤੋਂ ਵੱਡਾ ਨਿਕਟਵਰਤੀ ਬੰਦਾ ਮਨਜਿੰਦਰ ਸਿੰਘ ਸਿਰਸਾ, ਉਹਨੂੰ ਮੇਨ ਸਟੇਜ ਦੇ ਮੁਰਲੇ ਪਾਸੇ ਲੰਗਰ ਵਾਸਤੇ ਜਗ੍ਹਾ ਦਈ ਹੋਈ ਹੈ ਵੀ ਉਹ SGPC ਦਿੱਲੀ ਦਾ ਪ੍ਰਧਾਨ ਹੈ, ਤੇ ਨਾਲ ਉਹਨੇ ਗੱਦੇ ਲਾ ਕੇ ਫਰੰਟ ਦੇ ਉੱਤੇ ਜਗ੍ਹਾ ਬਣਾਈ ਵੀ ਆਪਣੀ। ਉਹ ਜਿਹਨੂੰ ਮਰਜ਼ੀ ਬਿਠਾ ਲਵੇ ਉੱਥੇ, ਸਾਰੇ ਬੀਜੇਪੀ ਵਾਲੇ ਉੱਥੇ ਆ ਸਕਦੇ ਆ। ਬੀਜੇਪੀ ਤੋਂ 1 ਇੰਚ ਬਾਹਰ ਨਹੀਂ, ਜਦੋਂ ਅਗਲਾ ਉਹਨਾਂ ਦਾ ਬੀਜੇਪੀ ਦਾ MLA ਵੀ ਰਿਹਾ, ਬੀਜੇਪੀ ਨਾਲ ਸਾਂਝਾ ਵੀ ਹੈ। ਹੁਣ ਦੇਖੋ ਜਿਹੜੇ ਦਿਨ ਇਹ ਦੋ ਬੰਦੇ ਡੈਮੇਜ ਕਰਤੇ, ਕਿਸੇ ਢੰਗ ਨਾਲ ਕਰਤੇ, ਉਹ ਤੋਂ ਬਾਅਦ ਸੁਖਬੀਰ ਟਿੱਕਰੀ ਰਾਹੀਂ ਜਾ ਰਿਹਾ ਜੀ, ਮਨਜਿੰਦਰ ਸਿਰਸਾ ਲੈ ਕੇ ਜਾ ਰਿਹਾ ਉਹਨੂੰ ਟਿੱਕਰੀ ਟਕੈਤ ਸਾਹਿਬ ਕੋਲ। ਤੇ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਪੰਜਾਬ ਦੇ ਨੌਜਵਾਨ ਕੱਢ ਕੇ ਦੇਖਣ, ਜਿਹੜੇ ਦੋਏ ਬਾਦਲ ਮੀਆਂ ਬੀਬੀ ਕਰਕੇ ਇਹ ਬਿੱਲ ਪਾਸ ਹੋਏ ਹੈ,
ਤੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਸੜਕਾਂ 'ਤੇ ਬੈਠੇ ਹਾਂ, ਉਹ ਆਪਣੇ ਸਾਰੇ ਬੰਦਿਆਂ ਨੂੰ ਹੌਲੀ ਹੌਲੀ ਤੁਹਾਡੇ ਕਿਸਾਨ ਮੋਰਚਿਆਂ 'ਚ ਭੇਜਣ ਲੱਗ ਗਏ। ਕਾਂਗਰਸ ਵਾਲੇ ਵੀ ਭੇਜ ਰਹੇ ਹੈ, ਤੇ ਜਿਹੜੇ ਬੰਦੇ ਤੁਹਾਨੂੰ ਅਵੇਅਰ ਕਰ ਰਹੇ ਸੀਗੇ ਲਗਾਤਾਰ ਬੈਠੇ ਸੀ ਕਿਸੇ ਨਾ ਕਿਸੇ ਰੂਪ 'ਚ, ਭਾਵੇਂ ਉਹ ਲੱਖਾ ਸਿਧਾਣਾ ਸੀ, ਭਾਵੇਂ ਦੀਪ ਸੀ, ਭਾਵੇਂ ਉਹਨਾਂ ਵਰਗੇ ਹੋਰ ਸੀਗੇ, ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਲਾਂਭੇ ਕਰ ਰਹੇ ਹੈ। ਸੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਕਿਉਂਕਿ ਸਰਦਾਰ ਜਰਨੈਲ ਸਿੰਘ ਜੀ ਆਮ ਆਦਮੀ ਪਾਰਟੀ ਵਾਲੇ, ਰਾਘਵ ਚੱਡਾ ਜੀ, ਉਹ ਬੜੇ ਸੁਲਝੇ ਹੋਏ ਹੈ। ਚਲੋ ਬਾਕੀਆਂ ਨੇ ਤਾਂ ਕਰਨਾ ਹੀ ਕਰਨਾ ਹੈ, ਤੇ ਜਾਂ ਪਿੱਛੇ ਜੇ ਮੇਰਾ ਖਿਆਲ ਹੈ ਸਿਮਰਜੀਤ ਬੈਂਸ ਨੇ ਵੀ ਕਿਹਾ ਕਿ ਆਪਾਂ ਨੂੰ ਥੋੜ੍ਹਾ ਜਿਹਾ ਦੇਖ ਕੇ, ਜਿੰਨੀ ਦੇਰ ਸਾਰਾ ਕੁਝ ਆਪਾਂ ਦੇਖਦੇ ਨਹੀਂ ਉਨੀ ਦੇਰ ਘੱਟੋ ਘੱਟ ਤੁਸੀਂ ਅਜਿਹਾ ਬਿਆਨ ਨਾ ਦਿਆ ਕਰੋ, ਕਿਉਂਕਿ ਤੁਸੀਂ ਇੱਕ ਚੰਗੇ ਸੁਲਝੇ ਹੋਏ ਬੰਦੇ ਹੋ। ਕਿਉਂਕਿ ਅੱਜ ਜੇ ਆਪਾਂ ਉਸ ਦਿਨ ਦੇ ਕਲਿੱਪ ਦੇਖੀਏ ਜਾਂ ਹੋਰ ਦੇਖੀਏ ਤਾਂ ਉਹਦੇ ਵਿੱਚ ਸੰਗਤ ਪਹਿਲਾਂ ਬਹੁਤ ਚਲੀ ਗਈ, ਤੇ ਜੇਕਰ ਕਿਸੇ ਦੇ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਹੈਗਾ ਜਾਂ ਉਹ ਲਾਈਵ ਹੋ ਗਿਆ ਤਾਂ ਉਹਦਾ ਫਤਿਹ ਦਿਵਸ ਮਨਾਉਂਦੇ ਆ ਜਦੋਂ ਦਿੱਲੀ, ਉਦੋਂ ਵੀ ਹੈ। ਸੋ ਬਲਵੀਰ ਸਿੰਘ ਰਾਜੇਵਾਲ ਸਾਹਿਬ ਤੋਂ ਕਿੰਨੀਆਂ ਗਲਤੀਆਂ ਹੋਈਆਂ, ਉਹ ਵੀ ਤਾਂ ਦੂਏ ਦਿਨ ਮਾਫੀ ਮੰਗ ਲੈਂਦੇ ਆ। ਇਸ ਕਰਕੇ ਹੁਣ ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਾਂਗਾ ਕਿ ਨੌਜਵਾਨਾਂ ਦਾ ਉੱਥੇ ਜਾਣਾ ਉਹਦਾ ਇੱਕੋ ਇੱਕ ਕਾਰਨ ਹੈ, ਸਾਡੇ ਕਿਸਾਨ ਆਗੂਆਂ ਨੇ ਵੀ ਉਹਨਾਂ ਨੂੰ ਬਹੁਤ ਵੱਡੇ ਪੱਧਰ 'ਤੇ ਕਿੰਨੀਆਂ ਵੀਡੀਓਜ਼ ਆ ਰਹੀਆਂ, ਅਸੀਂ ਦਿੱਲੀ ਜਿੱਤਣੀ ਹੈ, ਅਸੀਂ ਪਾਰਲੀਮੈਂਟ ਦੇ ਅੱਗੇ ਜਾਣਾ, ਅਸੀਂ ਇਹ ਕਰਨਾ ਹੈ। ਜਦੋਂ ਨਾ ਜੀ ਸਾਡੀਆਂ ਸਿੱਖ ਸੰਪਰਦਾਵਾਂ ਵੀ ਹੋਣ, ਸਾਡੇ ਸਾਧੂ ਮਹਾਤਮਾ ਵੀ ਹੋਣ, ਸਾਡੇ ਵੱਖ-ਵੱਖ ਧਰਮਾਂ ਦੇ ਆਗੂ ਉੱਥੇ ਬੈਠੇ ਹੋਣ, ਤਾਂ ਹਰ ਧਾਰਮਿਕ ਬੰਦਾ ਉੱਥੇ ਬੈਠਾ ਹੈ, ਤਾਂ ਕੀ ਪਤਾ ਹੈ ਹਰ ਇੱਕ ਬੰਦੇ ਦਾ ਆਪਣਾ ਆਪਣਾ ਵਹਾਅ। ਤੁਸੀਂ ਡੈਮੇਜ ਦੀ ਗੱਲ ਕੀਤੀ ਹੈ ਵੀ ਦੋਨੋਂ ਡੈਮੇਜ ਕੀਤਾ ਗਿਆ 26 ਜਨਵਰੀ ਨੂੰ, ਇਹ ਸਿਆਸਤ ਹੋ ਸਕਦੀ ਹੈ? ਕੁਝ ਵੀ ਹੋ ਸਕਦਾ ਹੈ ਜੀ। ਤੁਸੀਂ ਹੁਣ ਜ਼ਿਕਰ ਕਰਦੇ ਹੋ ਬਾਅਦ ਚ ਅਕਾਲੀ ਦਲ ਦੀ ਐਂਟਰੀ ਹੋ ਜਾਂਦੀ 26 ਤੋਂ ਬਾਅਦ, ਇਹ ਸਿਆਸਤ ਹੈ? ਤੁਸੀਂ ਮੇਰੀ ਗੱਲ ਸੁਣੋ, ਮੈਂ ਕੋਈ ਦੀਪ ਸਿੱਧੂ ਦੀ, ਦੇਖੋ ਅੱਜ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਇਹ ਗੱਲਾਂ ਨੂੰ ਅੱਜ ਪੰਜਾਬ ਦੇ ਲੋਕ ਜ਼ਰੂਰ ਧਿਆਨ ਨਾਲ ਦੇਖਣ। ਔਰ ਮੈਂ ਇਹ ਮਹਿਸੂਸ ਕਰਦਾ ਕਿ ਜਦੋਂ ਤੁਸੀਂ ਇੰਟਰਵਿਊ ਚਲਾਉਣੀ ਹੈ ਤਾਂ ਜਿਹੜੇ ਚੰਗੇ ਸੁਹਿਰਦ ਲੋਕ ਹੈ ਉਹ ਤਾਂ ਬੜੇ ਸੁਲਝੇ ਹੋਏ ਕਮੈਂਟ ਕਰਦੇ ਹੈ, ਉਹਨਾਂ ਦੀ ਬੋਲੀ ਵੀ ਬੜੀ ਸੁਲਝੀ ਹੋਈ ਹੁੰਦੀ ਹੈ। ਲੇਕਿਨ ਇੱਕ ਨਾ ਟਰੋਲ ਆਰਮੀ ਹੈ ਇਹਨਾਂ ਨੇ, ਪਾਰਟੀਆਂ ਨੇ ਬਣਾਈ ਹੋਈ, ਉਹ ਸਾਰੀਆਂ ਫੇਕ ਆਈਡੀਆਂ ਹੁੰਦੀਆਂ, ਉਹ ਸਿੱਧੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਆ। ਉਹ ਆਪਾਂ ਨੂੰ ਪਤਾ ਹੁੰਦਾ ਵੀ ਇਹ ਸਾਰੇ ਥਰਡ ਕਲਾਸ ਲੋਕ ਹੈ, ਉਹਨਾਂ ਦੀ ਆਪਾਂ ਪਰਵਾਹ ਵੀ ਨਹੀਂ ਕਰਨੀ। ਤੁਸੀਂ ਇੱਕ ਗੱਲ ਦੱਸੋ, ਇੱਕ ਨਿਊਜ਼ੀਲੈਂਡ ਦਾ ਚੈਨਲ ਹੈ, ਮੈਂ ਜ਼ਿਕਰ ਨਹੀਂ ਕਰਨਾ, ਉਸ ਚੈਨਲ ਦੇ ਉੱਤੇ ਦੀਪ ਸਿੱਧੂ ਦੇ ਫਾਦਰ ਦੇ ਬਾਰੇ ਇੰਟਰਵਿਊ ਕਰਾ ਰਹੇ ਹਾਂ ਇੱਕ ਬੰਦੇ ਤੋਂ। ਜਿਹੜੇ ਨਿਊਜ਼ੀਲੈਂਡ ਵਾਲੇ ਸੱਜਣ ਹੈ ਜਿਨ੍ਹਾਂ ਦਾ ਉਹ ਚੈਨਲ ਹੈ, ਉਹ ਵੀ ਮੇਰੇ ਮਿੱਤਰ ਹੈ। ਮੈਂ ਹੁਣ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਬਾਦਲਾਂ ਦੇ ਨਾਲ ਕਿੰਨਾ ਕੁ ਸੰਬੰਧ ਹੈ। ਮੇਰੀ ਇੰਟਰਵਿਊ ਸੁਣਨ ਤੋਂ ਬਾਅਦ ਉਹਨਾਂ ਨੂੰ ਸ਼ਾਇਦ ਪਤਾ ਲੱਗ ਜਾਵੇ। ਇੰਟਰਵਿਊ ਜਿੰਨੀ ਵੀ ਦੀਪ ਦੇ ਬਾਰੇ ਜਾਂ ਲੱਖੇ ਦੇ ਬਾਰੇ ਹੋ ਰਹੀ ਹੈ, ਸਾਰੀ ਉਹਨਾਂ ਚੈਨਲਾਂ 'ਤੇ ਹੋ ਰਹੀ ਹੈ ਜਿਹਦੇ ਕਿਤੇ ਨਾ ਕਿਤੇ ਲਿੰਕ ਬਾਦਲਾਂ ਨਾਲ ਜੁੜਦੇ ਆ। ਡੈਮੇਜ ਕੌਣ ਕਰ ਰਿਹਾ ਜੀ? ਤੁਸੀਂ ਦੱਸੋ ਸਿਆਸਤ ਕਰਦੀ ਹੈ? ਹੋਰ ਕੀ ਹੈ ਜੀ? ਤੁਸੀਂ ਇਹ ਦੱਸੋ ਅੱਜ ਤੱਕ ਨਹੀਂ, ਉਹਦਾ ਕਾਰਨ ਕੀ ਹੈ ਕਰਨ ਦਾ? ਕੀ ਮੁੱਦਾ ਕੀ ਹੋ ਸਕਦਾ? ਮੁੱਦਾ ਤਾਂ ਤੀਜੀ ਧਿਰ ਨਾਲ ਖੜੀ ਹੋ ਜਾਵੇ ਕਿਤੇ, ਜੋ ਕੋਈ ਸੋਚੀ ਸੀ। ਦੇਖੋ ਤੀਜੀ ਧਿਰ ਤਾਂ ਇੱਕ ਪਾਸੇ ਰਹਿ ਗਈ। ਤੁਸੀਂ ਇਹ ਦੇਖ ਲਓ, ਇਹਨਾਂ ਨੂੰ ਡੈਮੇਜ ਕਰਨ ਦਾ ਕਾਰਨ ਤਾਂ ਇਹੀ ਹੈ ਵੀ ਜਦੋਂ ਇਹ ਸਾਰੇ ਪੰਜਾਬ ਦੇ ਵਿੱਚੋਂ ਲੱਖੇ ਨੇ ਬੜੀ ਮਿਹਨਤ ਕੀਤੀ ਹੈ, ਜਾਂ ਇਹਨਾਂ ਨੇ, ਜਦੋਂ ਉੱਥੇ ਇਕੱਠ ਵੱਧ ਰਿਹਾ ਹੈ ਤਾਂ ਉਹਦਾ ਸਰਕਾਰ 'ਤੇ ਪ੍ਰੈਸ਼ਰ ਪੈਂਦਾ ਹੈ, ਸਰਕਾਰ ਨੂੰ ਬਿੱਲ ਰੱਦ ਕਰਨੇ ਪੈ ਰਹੇ ਹੈ। ਲੇਕਿਨ ਜੇ ਕਿਤੇ ਹਾਲਾਤ ਅਜਿਹੇ, ਹੁਣ ਪਿੱਛੇ ਜੇ 26 ਤੋਂ ਬਾਅਦ ਹਾਲਾਤ ਬਣੇ ਗਏ ਸੀਗੇ, ਉਹਦਾ ਪ੍ਰਮਾਤਮਾ ਨੇ ਸੁੱਖ ਰੱਖੀ ਹੈ, ਚਲੋ ਦੁਬਾਰਾ ਫੇਰ ਵੀਰਾਂ ਉੱਧਰ ਨੂੰ ਘੱਤ ਲੀਆਂ। ਲੇਕਿਨ ਇਹਨਾਂ ਦੀ ਤਾਂ ਜਿਹੜੇ ਅੱਜ ਹੁਣ ਫਿਰਦੇ ਆ, ਹੁਣ ਸੁਖਬੀਰ ਬਾਦਲ ਤੇ ਉਹਦੀ ਪਤਨੀ ਹੈ ਤਖਤੀ ਲਈ ਖੜ ਗਏ, ਜਦੋਂ ਤੋਮਰ ਦਿਖਿਆ ਤਖਤੀ ਲਕੋਲੀ। ਸੋਚਣ ਵਾਲੀ ਗੱਲ ਹੈ ਨਾ ਜੀ, ਇਹ ਤਾਂ ਇਹਨਾਂ ਦੇ ਡਰਾਮੇ ਹੈ। ਉਦੋਂ ਕਿ ਹੁਣ ਕਹਿ ਨੇ ਕਿ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਦੇਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਦੀਪ ਸਿੱਧੂ ਤੇ ਉਹਨਾਂ ਨੇ। ਹੋ ਸਕਦਾ ਉਹਨਾਂ ਨੂੰ ਕਿਤੇ ਨਾ ਕਿਤੇ ਪਤਾ ਲੱਗਿਆ ਹੋਵੇ। ਸੋ ਸਾਨੂੰ ਸਾਰਿਆਂ ਨੂੰ ਅਜਿਹੇ ਹਾਲਾਤਾਂ ਦੇ ਵਿੱਚ ਇਕੱਠੇ ਹੋ ਕੇ ਚੱਲਣਾ ਚਾਹੀਦਾ। ਜਦੋਂ ਦੇਖੋ ਪਹਿਲਾਂ ਜਦੋਂ ਉਹਨਾਂ ਦਾ ਟਾਈਮ ਹੁੰਦਾ ਸੀਗਾ ਮੁਗਲਾਂ ਦਾ, ਉਦੋਂ ਸਾਡਾ ਦੁਸ਼ਮਣ ਹੁੰਦਾ ਸੀਗਾ, ਕਰੂੜ ਹੁੰਦਾ ਸੀਗਾ, ਜ਼ਾਲਮ ਹੁੰਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਉਹਨਾਂ ਦਾ ਅੰਗ ਕੱਟਿਆ ਜਾਂ ਉਹਨਾਂ ਨੂੰ ਚਰਾਹੇ 'ਚ ਖੜਾ ਕੇ ਕਤਲ ਕੀਤਾ, ਉਹਨਾਂ ਦੇ ਬੱਚੇ ਦਾ ਉਹਨਾਂ ਨੇ ਜਿਹੜਾ ਕੀਤਾ ਸਾਹਮਣੇ ਕੀਤਾ, ਤੇ ਜਾਂ ਹੋਰ ਛੋਟੇ ਸਾਹਿਬਜ਼ਾਦੇ ਜਿੰਨਾ ਵੀ ਹੋਇਆ। ਲੇਕਿਨ ਜਿਹੜਾ ਹੁਣ ਵਾਲਾ ਸਾਡਾ ਦੁਸ਼ਮਣ ਹੈ ਨਾ ਜੀ, ਉਹ ਜ਼ਾਲਮ ਦੇ ਨਾਲ ਹੁਸ਼ਿਆਰ ਵੀ ਹੈ ਤੇ ਉਹ ਮਤਲਬ ਚੁਸਤ ਵੀ ਬਹੁਤ ਹੈ। ਤੁਸੀਂ ਉਹਨੇ ਗੱਲ ਕੀਤੀ ਹੈ ਦੀਪ ਸਿੱਧੂ ਦੇ ਪਿਤਾ ਜੀ ਬਾਰੇ, ਇੱਕ ਤੁਸੀਂ ਟੀਵੀ ਚੈਨਲ ਦਾ ਵੀ ਜ਼ਿਕਰ ਕੀਤਾ ਵੀ ਉਸ ਦੇਸ਼ 'ਚੋਂ ਚੱਲਦਾ। ਕੀ ਲੱਗਦਾ ਕਿ ਉਹ ਵੀ ਇੱਕ ਡੈਮੇਜ ਕੀਤਾ ਜਾਂਦਾ ਦੀਪ ਸਿੱਧੂ ਵੱਲੋਂ, ਕਿ ਉਹ ਗੱਲ 'ਚ ਸੱਚਾਈ ਹੈਗੀ ਕਿਤੇ? ਦੇਖੋ ਜਦੋਂ ਉਹਨਾਂ ਦੇ ਪਿੰਡ ਵਾਲਿਆਂ ਨੇ ਕਹਿਤਾ, ਹੋਰਾਂ ਨੇ ਕਹਿਤਾ, ਤਾਂ ਮੈਨੂੰ ਨਹੀਂ ਲੱਗਦਾ ਵੀ ਅਜਿਹੀਆਂ ਕੋਈ ਗੱਲਾਂ 'ਚ ਸੱਚਾਈ ਹੋਵੇਗੀ। ਨਾਲੇ ਜਿਹੜੇ ਬੰਦੇ ਬੋਲ ਰਹੇ ਹੈ, ਜਦੋਂ ਉਹਨਾਂ ਦਾ ਹੀ ਪਿਛੋਕੜ ਪੰਜਾਬ ਦੇ ਉਹੇ ਜਿਹੇ ਪੁਲਿਸ ਅਫਸਰਾਂ ਨਾਲ ਜੁੜਦਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਹੋਵੇ, ਤਾਂ ਉਹਨਾਂ ਗੱਲਾਂ 'ਤੇ ਅਸੀਂ ਕਿੰਨਾ ਕੁ ਯਕੀਨ ਕਰਾਂਗੇ? ਸੋ ਮੈਂ
ਦੀਪ ਸਿੱਧੂ ਤੁਹਾਡੀ ਗੱਲਬਾਤ ਹੁੰਦੀ ਹੈ ਹੁਣ? ਨਹੀਂ, ਮੇਰੀ ਕੋਈ ਗੱਲਬਾਤ ਨਹੀਂ। 26 ਤਰੀਕ ਨੂੰ ਜਿਹੜੀ ਦਿਨ ਸ਼ੰਭੂ ਮੋਰਚਾ ਅਸੀਂ 26 ਤਰੀਕ ਦਿੱਲੀ ਨੂੰ ਗਏ ਹੈ। ਦਿੱਲੀ ਜਾਣ ਤੋਂ ਬਾਅਦ ਦੀਪ ਸਿੱਧੂ ਨੇ ਉੱਥੇ ਸੰਘਰਸ਼ ਆਪਣਾ ਵੱਖਰਾ ਚਲਾ ਰਹੇ ਸੀ ਅਤੇ ਮੈਂ ਆਪਣਾ ਪੰਥਕ ਅਕਾਲੀ ਲਹਿਰ ਦਾ ਮੈਂ ਸਪੋਕਸਮੈਨ ਵੀ ਹਾਂ, ਮੁੱਖ ਬੁਲਾਰਾ ਵੀ ਹਾਂ, ਸਿੱਖ ਕੌਂਸਲ ਆਫ ਨਿਊਜ਼ੀਲੈਂਡ ਦਾ ਮੈਂ ਵਾਈਸ ਪ੍ਰਧਾਨ ਵੀ ਹਾਂ। ਮੈਂ ਜਿਹੜੀ ਸਿੰਘੂ ਜਿਹੜੀ ਮੇਨ ਸਟੇਜ ਹੈ, ਮੇਨ ਸਟੇਜ ਦੇ ਨਾਲ ਮੈਂ ਉੱਥੇ ਆਪਣਾ ਜੋ ਸਾਡੀ ਸਿੰਘੂ ਜਾ ਕੇ ਮੁਲਾਕਾਤ ਹੋਈ ਹੈ ਤੁਹਾਡੀ ਦੀਪ ਸਿੱਧੂ ਨਾਲ? ਇੱਕ ਦੋ ਵਾਰ, ਦੋ ਤਿੰਨ ਵਾਰ ਮਿਲੇ ਆ। ਇਹਨਾਂ ਨੇ ਜਿੱਥੇ ਟੈਂਟ ਵਗੈਰਾ ਲਾਏ ਹੋਏ ਆ ਉੱਥੇ ਮਿਲ ਕੇ ਆਏ ਆ ਮੈਂ। ਆਖਰੀ ਵਾਰ ਕੋਈ ਯਾਦ ਹੋਣਾ ਕਦੋਂ ਜ਼ਿਕਰ ਹੋਇਆ ਜਾਂ ਕਦੋਂ ਮਿਲੇ? ਇੰਨਾ ਮੇਰੇ ਯਾਦ ਨਹੀਂ ਹੈਗਾ, ਬਲਕਿ ਮੈਂ ਆਪਣਾ ਉੱਥੇ NGO ਵੱਲੋਂ ਮੇਨ ਸਟੇਜ ਦੇ ਨਾਲ ਉਹ ਕਨੋਪੀ ਲਾਈ ਹੋਈ ਹੈ। ਮੈਂ ਲਗਾਤਾਰ ਉੱਥੇ ਜੋ ਚੀਜ਼ਾਂ ਜਿਵੇਂ ਬਰੱਸ਼ ਪੇਸਟ ਮੰਜਣ ਐਰਾ ਵਗੈਰਾ ਅਸੀਂ ਉਹ ਸੇਵਾ ਚਲਾ ਰਹੇ ਹਾਂ ਰੈਗੂਲਰ। ਤੁਹਾਨੂੰ ਲੱਗਦਾ ਜੋ 5 ਮੈਂਬਰ ਕਮੇਟੀ ਬਣੀ ਸੀ ਸ਼ੰਭੂ ਦੀ ਸਪੋਰਟ ਕਰਨੀ ਚਾਹੀਦੀ ਦੀਪ ਸਿੱਧੂ ਨੂੰ, ਤੁਹਾਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ? ਮੁਲਾਕਾਤਾਂ ਦਿੱਲੀ ਵਿੱਚ ਵੀ ਮੁਲਾਕਾਤਾਂ ਕਰਨੀ ਚਾਹੀਦੀਆਂ ਨੇ। ਦੇਖੋ ਮੇਰੀ ਗੱਲ ਸੁਣੋ, ਉੱਥੇ 20-30 ਹਜ਼ਾਰ ਬੰਦਾ ਗਿਆ ਹੋਇਆ ਹੈ ਤੇ ਬੰਦਿਆਂ ਨੇ ਕੋਈ ਐਡਾ ਕੋਈ ਜ਼ੁਲਮ ਵੀ ਨਹੀਂ ਕਰਤਾ ਜਿੰਨਾ ਕਹੀ ਜਾਂਦੇ ਆਪਾਂ ਗਦਾਰ ਜਾਂ ਹੋਰ। ਸੋ ਮੈਂ ਇਹ ਕੇਸ ਤਾਂ ਹੋ ਗਿਆ ਦਿੱਲੀ ਪੁਲਿਸ ਵੱਲੋਂ, ਕੇਸ ਹੋ ਗਿਆ। ਕੇਸ ਤਾਂ ਪੁਲਿਸ ਅੱਜ ਤੱਕ ਕਰਦੀ ਹੋ ਬੇਗੁਨਾਹਾਂ ਨੂੰ ਰਹੀ ਹੈ। ਜੇ ਕਾਨੂੰਨ ਦੇ ਤੌਰ ਤੇ ਦੇਖੀਏ ਤਾਂ ਕੇਸ ਤਾਂ ਕੋਈ ਬਣਦਾ ਨਹੀਂ ਨਾ ਜੀ। ਅੱਜ ਸਾਨੂੰ ਫੋਕਸ ਕਰਨਾ ਚਾਹੀਦਾ ਸਾਰਿਆਂ ਨੂੰ ਇਕੱਠੇ ਹੋ ਕੇ, ਪੁਰਾਣੇ ਗਿਲੇ ਸ਼ਿਕਵੇ ਭੁੱਲ ਕੇ, ਕਿ ਅਸੀਂ ਇਸ ਅੰਦੋਲਨ ਨੂੰ ਕਾਮਯਾਬ ਕਿਵੇਂ ਕਰਨਾ ਹੈ। ਸੋ ਮੈਂ ਇੱਕੋ ਗੱਲ ਬੇਨਤੀ ਕਰਦਾ ਕਿ ਇੰਟਰਵਿਊ ਸੁਣਨ ਤੋਂ ਬਾਅਦ ਮੇਰਾ ਕਿਸੇ ਨਾਲ ਨਿੱਜੀ ਵੈਰ ਵਿਰੋਧ ਹੋ ਸਕਦਾ, ਉਹ ਆਪਾਂ ਫੇਰ ਕੱਢ ਲਾਂਗੇ। ਸਾਡਾ ਇਹ ਨਹੀਂ ਪਤਾ, ਆਦਮੀ ਹੈ ਇੱਕਦਮੀ ਮੋਹਲਤ ਮੋਲ ਨਾ ਜਾਣਾ, ਸਾਡਾ ਕੀ ਪਤਾ ਕਦੋਂ ਚਲਿਆ ਜਾਣਾ। ਅਸੀਂ ਆਪਣੇ ਗਿਲੇ ਸ਼ਿਕਵਿਆਂ ਨੂੰ ਛੱਡ ਕੇ ਇਸ ਜਿਹੜੀ ਧਰਤੀ ਮਾਂ ਹੈ, ਇਹ ਜ਼ਮੀਨ ਹੈ, ਇਹਨੂੰ ਬਚਾਈਏ। ਮੇਰੀ ਸਾਰੇ ਸੰਯੁਕਤ ਮੋਰਚੇ ਵਾਲੇ ਆਗੂਆਂ ਨੂੰ ਵੀ ਬੇਨਤੀ ਹੈ, ਤੁਸੀਂ ਸਾਡੇ ਨਾਲੋਂ ਵੀ ਸੁਲਝੇ ਹੋਏ ਹੋ, ਅਸੀਂ ਤੁਹਾਡੇ ਨਾਲ ਹੈ, ਲੇਕਿਨ ਜਿਹੜੀ ਪਰਲੀ ਸਟੇਜ ਹੈ ਆਪਣੀ ਉਹਨਾਂ ਦੀ ਪੰਧੇਰ ਸਾਹਿਬ ਉਹਨਾਂ ਵਾਲੀ, ਅਸੀਂ ਉਹਨਾਂ ਦੀ ਵੀ ਹੈਲਪ ਕਰੀਏ। ਜੋਗਿੰਦਰ ਸਿੰਘ ਅਗਰਾਹਾਂ ਸਾਹਿਬ ਉਹਨੇ ਦੇਖੋ ਕਿੰਨਾ ਵਧੀਆ ਸੰਚਾਲਨ ਕਰ ਰਹੇ ਆ ਉਹਨਾਂ ਦਾ। ਸੋ ਸਾਨੂੰ ਸਾਰਿਆਂ ਨੂੰ ਜਿੱਥੇ 30-32 ਜਥੇਬੰਦੀਆਂ ਇਕੱਠੇ ਹੋ ਕੇ, ਦੇਖੋ ਸਾਡੇ ਕੋਲ ਤਾਂ ਪੰਜਾਬ ਕੋਲ ਤਾਂ ਕਿੱਡਾ ਵੱਡਾ ਸਰਮਾਇਆ ਹੈ, ਸਾਡੇ ਕੋਲ ਕਿੱਡਾ ਇਤਿਹਾਸ ਹੈ। ਸੋ ਮੈਂ ਸਮਝਦਾ ਕਿ ਪੰਜਾਬ ਜੇ ਇਕੱਠਾ ਹੋ ਕੇ ਚੱਲੇ ਤਾਂ ਪੰਜਾਬ ਨੂੰ ਅਸੀਂ ਇਹਨਾਂ ਪੂੰਜੀਵਾਦੀ ਜਾਂ ਇਹਨਾਂ ਜਿਹੜੇ ਹੈਗੇ ਆ ਕਰਪਟ ਪੰਜਾਬ ਦੇ ਲੀਡਰ ਜਿਨ੍ਹਾਂ ਨੇ ਇਹ ਹਾਲਾਤ। ਇੱਕ ਹੋਰ ਸਵਾਲ ਦਾ ਜ਼ਿਕਰ ਆਉਂਦਾ ਵੀ 25 ਤਰੀਕ ਦੀ ਗੱਲ ਕਰ ਲਈ, 25 ਸਤੰਬਰ ਨੂੰ ਜਿਸ ਤਰੀਕੇ ਨਾਲ ਪੰਜਾਬ ਬੰਦ ਹੁੰਦਾ ਹੈ, 26 ਤੋਂ ਬਾਅਦ 26 ਤੋਂ ਲੈ ਕੇ 3 ਅਕਤੂਬਰ ਤੱਕ ਜਿਹੜੇ ਬੰਦੇ ਨਾਲ ਹੈਗੇ ਸੀ, ਜਿਹੜੀ ਸਟੇਜਾਂ ਦੇਖਣ ਗਏ ਸੀ, ਸਟੇਜ ਕਿੱਥੇ ਲਾਣੀ ਸ਼ੰਭੂ ਦੀ, ਕਿ ਵਾਕਈ 3 ਜਾਂ 4 ਤਰੀਕ ਤੱਕ ਸਾਥ ਛੱਡ ਗਏ ਸੀ? ਦੇਖੋ ਪ੍ਰੋਫੈਸਰ ਮਨਜੀਤ ਸਿੰਘ ਜੀ ਸਟੇਜ ਲੱਗਣ ਤੋਂ ਇੱਕ ਦਿਨ ਪਹਿਲਾਂ ਹੀ ਲਾਂਭੇ ਹੋ ਗਏ ਸੀ। ਖੁਦ ਕਿਹੜੇ ਵਿਅਕਤੀ ਛੱਡ ਗਏ ਸੀ? ਤੇ ਜਿੱਦਣ ਉਹ ਸ਼ੰਭੂ ਮੋਰਚਾ ਸਟਾਰਟ ਹੋਇਆ ਸੀ ਤੇ ਉਹ ਤੋਂ ਦੂਜੇ ਜਾਂ ਤੀਜੇ ਦਿਨ ਸਰਦਾਰ ਤਰਲੋਚਨ ਸਿੰਘ ਲਾਲੀ ਆਪਣੇ ਨਿੱਜੀ ਕਾਰਨਾਂ ਕਰਕੇ ਦੂਰ ਹੋਏ ਸੀ, ਹੋਰ ਕੋਈ ਗੱਲ ਨਹੀਂ ਹੈ। ਤੇ ਲਾਲੀ ਜੀ ਵੀ ਅੱਜ ਸਾਡੇ ਸਾਰਿਆਂ ਦੇ ਨਾਲ ਹੈ, ਸੰਪਰਕ 'ਚ ਹੈ, ਕੋਈ ਐਸੀ ਗੱਲ ਨਹੀਂ ਹੈਗੀ। ਸੋ ਮੈਨੂੰ ਤਾਂ ਨਹੀਂ ਲੱਗਦਾ ਕੋਈ ਦੂਰ ਚਲਿਆ ਗਿਆ ਸੀ, ਤੇ ਸਾਰੇ ਹੀ ਨਾਲ ਸੀਗੇ। ਮੈਂ ਇੱਕ ਆਖਰੀ ਸਵਾਲ ਹੈ ਕਿ ਦੀਪ ਸਿੱਧੂ ਜਦੋਂ ਪੰਜਾਬ 'ਚ ਵਾਪਸ ਆਣਗੇ, ਤੀਜੀ ਧਿਰ ਦੀ ਗੱਲ ਹੋਏਗੀ, ਸਾਥ ਦੋਗੇ ਹਾਂ ਜਾਂ ਨਾ ਦੇ ਵਿੱਚ? ਦੇਖੋ ਮੈਂ ਇਕੱਲੇ ਦੀਪ ਸਿੱਧੂ ਦੀ ਗੱਲ ਕਿਉਂ ਕਰਾਂ ਜੀ? ਨਹੀਂ, ਕਿਉਂਕਿ ਲੈ ਕੇ ਤਾਂ ਹੀ ਗਏ ਸੀ ਨਾ 5 ਮੈਂਬਰ ਕਮੇਟੀ ਤੁਹਾਡੀ ਬਣੀ। ਮੇਰੀ ਗੱਲ ਸੁਣੋ, ਮੈਂ ਇਕੱਲੇ ਦੀਪ ਸਿੱਧੂ ਦੀ ਗੱਲ ਕਿਉਂ ਕਰਾਂ? ਮੈਂ ਤਾਂ ਜੀ ਸਾਰੇ ਪੰਜਾਬ ਦੇ ਲਈ ਸਾਥ ਦਊਂਗਾ। ਦੇਖੋ ਦੀਪ ਸਿੱਧੂ ਪੜ੍ਹਿਆ ਲਿਖਿਆ ਮੁੰਡਾ ਹੈ, ਮਤਲਬ ਲੱਖਾ ਇੱਕ ਸੰਘਰਸ਼ੀ ਨੌਜਵਾਨ ਹੈ। ਮੈਂ ਅੱਜ ਫੇਰ ਇੱਕ ਗੱਲ ਕਹਿਣਾ ਹੈ ਕਿ ਜਿਹੜੇ ਸਾਡੇ ਸਿੰਗਰ ਭਰਾ ਹੈ, ਮੈਂ ਉਹਨਾਂ ਨੂੰ ਇੱਕ ਦੁਬਾਰਾ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਤੁਹਾਡੇ ਖਾੜੇ ਵੀ ਤਾਂ ਹੀ ਲੱਗਣੇ ਆ ਜੇ ਪੰਜਾਬ ਦੇ ਖੇਤਾਂ ਦੇ ਵਿੱਚ ਖੁਸ਼ਹਾਲੀ ਆਊਗੀ। ਤੁਸੀਂ ਵੀ ਇੱਕ ਦੂਏ ਦੀ ਹਉਮੈ ਹੰਕਾਰ ਨੂੰ ਛੱਡ ਕੇ ਇਸ ਮਸਲੇ ਦੇ ਉੱਤੇ, ਭਾਵੇਂ ਉਹ ਕੇਸ ਦੀਪ ਸਿੱਧੂ 'ਤੇ ਪਿਆ, ਭਾਵੇਂ ਲੱਖੇ 'ਤੇ ਪਿਆ, ਉਸ ਪਾਸੇ ਵੀ ਦੇਖੋ। ਹੁਣ ਟਕੈਤ ਸਾਹਿਬ ਨੇ ਕਿੱਡੀ ਗੱਲ ਕਹੀ ਹੈ ਕਿ ਪਹਿਲਾਂ ਇਹ ਪਰਚੇ ਵਾਪਸ ਹੋਣਗੇ, ਉਦੋਂ ਬਾਅਦ ਅਸੀਂ ਅਗਲੀ ਗੱਲ ਕਰਾਂਗੇ। ਸਾਨੂੰ ਇਸ ਤਰ੍ਹਾਂ ਵੱਡੇ ਪੱਧਰ ਦੇ ਉੱਤੇ ਹੌਸਲੇ ਦੇ ਨਾਲ ਇਸ ਮਸਲੇ ਨੂੰ ਲੈਣਾ ਚਾਹੀਦਾ। ਅਸੀਂ ਸਾਰੇ ਸੰਯੁਕਤ ਮੋਰਚੇ ਦੇ ਨਾਲ ਤੇ ਕਿਸਾਨ ਆਗੂਆਂ ਦਾ ਅੱਜ ਵੀ ਸਤਿਕਾਰ ਕਰਦੇ ਹਾਂ। ਮੇਰੀ ਬੇਨਤੀ ਹੈ ਕਿ ਉਹਨਾਂ ਨੂੰ ਵੀ ਹਲੀਮੀ ਦੇ ਨਾਲ ਸੋਚਣਾ ਚਾਹੀਦਾ ਹੈ। ਸ਼ੰਭੂ ਮੋਰਚੇ ਦਰਮਿਆਨ ਤੁਸੀਂ ਦੀਪ ਸਿੱਧੂ ਨਾਲ ਮੁਲਾਕਾਤ ਵੀ ਕੀਤੀ, ਬੈਠੇ ਵੀ ਹੋ, 5 ਮੈਂਬਰ ਦੀ ਕਮੇਟੀ ਵੀ ਸੀ, ਸ਼ਾਮਲ ਹੈਗੇ ਸੀ, ਕਿਤੇ ਲੱਗਾ ਕਿ ਉਹ RSS BJP ਦਾ ਬੰਦਾ? ਮੈਨੂੰ ਕੋਈ ਇਹੋ ਜਿਹੀ ਗੱਲ ਨਹੀਂ ਲੱਗੀ। 2 ਫੋਟੋਆਂ ਨਾਲ ਕੋਈ RSS BJP ਦਾ ਨਹੀਂ ਹੋ ਜਾਂਦਾ। ਜਿਹੜੇ ਹੁਣ BJP ਨੂੰ ਮੌਕੇ 'ਤੇ ਛੱਡ ਕੇ ਆ ਰਹੇ ਹੈ ਤੇ ਜਿਹੜੇ ਕਹਿੰਦੇ ਆ ਜੀ ਅਸੀਂ ਛੱਡੀਓ ਤਾਂ ਐ ਵੀ ਇਹਨਾਂ ਨੇ ਕਿਸਾਨੀ ਬਿੱਲ ਬਣਾਤੇ, ਤੇ ਉਹਨਾਂ ਨੂੰ ਆਪਾਂ ਕੀ ਸਮਝਾਂਗੇ? ਅਸੀਂ ਤਾਂ ਉਹਨਾਂ ਨੂੰ ਵੀ ਸਵੀਕਾਰ ਕਰ ਰਹੇ ਹਾਂ। ਆਪਾਂ ਇਕੱਲਾ ਦੀਪ ਸਿੱਧੂ ਨੂੰ ਕਿਉਂ ਕਹੀਏ?
ਐਸੀ ਗੱਲ ਨਹੀਂ ਹੈਗੀ। ਇਹ ਇੱਕ ਵੱਖਰਾ ਵਿਸ਼ਾ ਹੈ। ਜੇ ਦੀਪ ਸਿੱਧੂ RSS ਜਾਂ BJP ਦਾ ਹੋਊਗਾ ਤਾਂ ਕੱਲੀਆਂ 2 ਫੋਟੋਆਂ ਦਿਖਾ ਕੇ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਉਹ RSS ਜਾਂ BJP ਦਾ ਹੈ। ਹੁਣ ਅੱਜ ਜਿਹੜਾ ਬੰਦਾ ਇੱਕ ਪਾਰਟੀ ਨੂੰ ਬਦਲ ਲੈਂਦਾ, ਉਹ ਕਹਿੰਦਾ ਜੀ ਮੇਰੇ ਇਸ ਪਾਰਟੀ ਦੇ ਨਾਲ ਮਤਭੇਦ ਹੋ ਗਏ। ਹੁਣ ਤੁਸੀਂ ਦੀਪ ਸਿੱਧੂ ਦੇ ਪੂਰੇ ਹੱਕ ਵਿੱਚੋਂ? ਮੈਂ ਦੀਪ ਸਿੱਧੂ ਦੇ ਹੱਕ ਵਿੱਚ ਨਹੀਂ ਹੈ, ਮੈਂ ਪੰਜਾਬ ਨੂੰ ਬਚਾਉਣ ਦੇ ਹੱਕ ਵਿੱਚ। ਤੁਸੀਂ ਗੱਲ ਉਸ ਤਰੀਕੇ ਨਾਲ ਕਰਦੇ ਹੋ ਨਾ ਵੀ ਦੀਪ ਸਿੱਧੂ ਦੇ ਹੱਕ ਵਿੱਚ ਹੀ ਬੋਲਦੇ ਹੋ। ਦੇਖੋ, ਮੈਂ ਦੀਪ ਸਿੱਧੂ ਦੇ ਹੱਕ ਵਿੱਚ ਨਹੀਂ, ਮੈਂ ਪੰਜਾਬ ਦੇ ਵਿੱਚ ਇਹ ਚਾਹੁੰਦਾ ਹੈ ਕਿ ਪੰਜਾਬੀ ਇਸ ਕਿਸਾਨੀ ਬਿੱਲਾਂ ਨੂੰ ਲੈ ਕੇ ਅਗਵਾਈ ਕਰ ਰਹੇ ਸੀ। ਅੱਜ ਫੇਰ ਉਹ ਜਿਹਾ ਮਾਹੌਲ ਬਣ ਗਿਆ। ਅਸੀਂ ਸਾਰੇ ਇੱਕ ਅਜਿਹਾ ਕੁੰਜੀਬੱਤ ਮਾਹੌਲ ਬਣਾ ਕੇ ਚੱਲੀਏ, ਇੱਕ ਦੂਏ ਦੇ ਉੱਤੇ ਤੁਹਮਤਾਂ ਨਾ ਲਾਈਏ। ਲੱਖਾ ਸਿਧਾਣੇ ਦੇ ਹੱਕ ਵਿੱਚ ਹੈਗੇ। ਲੱਖਾ ਸਿਧਾਣਾ ਵੀ ਚੰਗਾ ਹੈ। ਲੱਖੇ ਸਿਧਾਣੇ ਨੇ ਕਿੰਨਾ ਹੁਣ ਟਰੈਕਟਰ ਮਾਰਚ ਕੀਤਾ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜੇ ਦਿੱਲੀ ਦੇ ਵਿੱਚ 1 ਮਿੰਟ ਦੇ ਵਿੱਚ ਇੱਕ ਟਰੈਕਟਰ ਜਾਵੇ ਤਾਂ 1 ਘੰਟੇ 'ਚ ਕਿੰਨੇ ਜਾਣਗੇ ਜੀ? 60 ਜਾਣਗੇ। 10 ਘੰਟਿਆਂ 'ਚ ਕਿੰਨੇ ਜਾਣਗੇ? 10 ਘੰਟਿਆਂ 'ਚ ਕਿੰਨੇ ਜਾਣਗੇ? 600 ਹੋ ਗਿਆ। ਹੁਣ ਮੈਨੂੰ ਇਹ ਦੱਸੋ, ਟਰੈਕਟਰ ਤਾਂ ਉੱਥੇ ਲੱਖਾਂ ਗਿਆ ਵਾ ਸੀਗਾ। ਪ੍ਰੋਬਲਮ ਆ ਤਾਂ ਸਾਨੂੰ ਉਹਨੂੰ ਅਰੇਂਜਮੈਂਟ ਕਰਨ ਦੇ ਵਿੱਚ ਸਾਡੀਆਂ ਵੀ ਸੀਗੀਆਂ ਨਾ। ਕੇਵਲ ਆਪਾਂ 2 ਬੰਦੇ ਤੇ ਨਾ ਛੱਡ ਸਕੀਏ 1 ਮਿੰਟ ਦੇ ਵਿੱਚ। ਜਥੇਬੰਦੀ ਕੀ ਕਾਰਨ ਹੋ ਸਕਦਾ? ਪ੍ਰੈਸ ਕਾਨਫਰੰਸ ਕਿਹਾ ਜਾਂਦਾ ਵੀ ਦੀਪ ਸਿੱਧੂ ਤੇ ਲੱਖੇ ਸਿਧਾਣੇ ਨੂੰ ਲੱਗ ਕਰਦਾ, ਉਹ ਕੀ ਕਾਰਨ ਹੋ ਸਕਦਾ ਜਥੇਬੰਦੀ? ਮੈਨੂੰ ਉਸ ਗੱਲ ਦਾ ਪਤਾ ਨਹੀਂ ਜੀ, ਮੈਂ ਐਵੇਂ ਕਹੀ ਜਾਵਾਂ ਜਿਹੜੀ ਗੱਲ ਦਾ ਮੈਨੂੰ ਪਤਾ ਨਹੀਂ। ਲੇਕਿਨ ਹਾਂ, ਇੰਨਾ ਕੁ ਜ਼ਰੂਰ ਹੈ, ਸੰਯੁਕਤ ਮੋਰਚੇ ਦਾ ਥੋੜ੍ਹਾ ਜਿਹਾ ਫੇਲੀਅਰ ਸਾਨੂੰ ਇੰਨਾ ਕੁ ਲੱਗਦਾ ਹੈ ਕਿ ਇਕੱਠ ਉੱਥੇ ਕੁਦਰਤੀ ਹੋ ਰਿਹਾ। ਹੁਣ ਜਥੇਬੰਦੀਆਂ ਕਰਕੇ ਨਹੀਂ ਹੋ ਰਿਹਾ, ਇਕੱਠ ਦਾ ਵਹਾਅ ਜ਼ਿਆਦਾ ਹੈ ਤੇ ਉਹਨਾਂ ਵੱਲੋਂ ਵੀ ਉਦਣ ਇਕੱਠ ਨੂੰ ਸਾਂਭਿਆ ਜਿਹੜਾ ਗਿਆ, ਕਿਉਂਕਿ ਇਕੱਠ ਤਾਂ ਇੱਥੇ ਮੁਰਥਲ ਤੱਕ ਟਰੈਕਟਰ ਖੜੇ ਸੀ ਜਿਹੜੇ ਚਲੇ ਨਹੀਂ ਗਏ। ਸੋ ਮੈਂ ਸਮਝਦਾ ਕਿ ਆਪਾਂ ਸਾਰੇ ਹੁਣ ਇਸ ਮੁੱਦੇ ਤੇ ਇਕੱਠੇ ਹੋ ਕੇ ਚੱਲੀਏ। ਇਸਾ ਸਾਡਾ ਜੋਗਾ ਚੱਪੜ ਇਹ ਉਹ ਸ਼ਖਸ ਹਨ ਜੋ ਕਿ ਸ਼ੰਭੂ ਮੋਰਚਾ ਜਦੋਂ ਲੱਗਦਾ ਹੈ 4 ਅਕਤੂਬਰ ਨੂੰ 5 ਮੈਂਬਰ ਦੀ ਕਮੇਟੀ ਹੁੰਦੀ ਹੈ, ਉਹਨਾਂ ਵਿੱਚ ਮੌਜੂਦ ਸਨ। ਬਿਲਕੁਲ ਉਸ ਦੇ ਸਮੇਂ ਦੀਪ ਸਿੱਧੂ ਦੇ ਨਾਲ ਸਨ। ਤੁਸੀਂ ਗੱਲਾਂ ਵੀ ਸੁਣੀਆਂ, ਬੜੀ ਚਰਚਾ ਬਣੀ ਹੋਈ ਸੀ ਕਿ ਦੀਪ ਸਿੱਧੂ RSS ਦੇ ਬੰਦੇ ਨੇ ਸਪਸ਼ਟ ਕੀਤੀਆਂ ਕੁਛ ਇਹਨਾਂ ਨੇ ਗੱਲਾਂ, ਕੁਛ ਗੱਲਾਂ ਜਿਹੜੀਆਂ ਨੇ ਵਿੱਚ ਰਹਿ ਜਾਂਦੀਆਂ ਨੇ ਜਾਂ ਕੁਛ ਸ਼ੀਸ਼ਿਆਂ ਤੋਂ ਮਿੱਟੀ ਝੜ ਜਾਂਦੀ ਹੈ। ਪਰ ਹੱਲੇ ਵੀ ਸਮੇਂ-ਸਮੇਂ ਦੇ ਨਾਲ ਚੀਜ਼ਾਂ ਬਾਹਰ ਆਉਣ ਵਾਲੀਆਂ ਨੇ। ਪਰ ਸਭ ਤੋਂ ਵੱਡਾ ਇਸ ਸਮੇਂ ਇਕੱਠੇ ਹੋਣ ਦਾ ਕੋਈ ਵੀ ਵਿਅਕਤੀ, ਚਾਹੇ ਲੱਖਾ ਸਿਧਾਣਾ ਚਾਹੇ ਦੀਪ ਸਿੱਧੂ ਹੈ, ਇਕੱਠੇ ਹੋਣ ਦਾ ਕਿਸੇ ਨੇ ਵੀ ਹੁਣ ਅਲੱਗ ਨਹੀਂ ਛੱਡਿਆ ਜਾ ਸਕਦਾ। ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਕਿ ਜਥੇਬੰਦੀਆਂ ਨੇ ਕਿਤੇ ਨਾ ਕਿਤੇ ਕੁਝ ਗਲਤੀਆਂ ਕੀਤੀਆਂ ਨੇ, ਉਸ ਨੂੰ ਸੁਧਾਰਿਆ ਵੀ ਗਿਆ। ਪਰ ਅਲੱਗ-ਅਲੱਗ ਹੋ ਕੇ ਲੱਗਦਾ ਪਾੜ ਪਾ ਕੇ ਸਰਕਾਰਾਂ ਵੀ ਹੀ ਚਾਹੁੰਦੀਆਂ ਨੇ ਕਿ ਪਾੜ ਪੈ ਜਾਣ, ਆਸਾਨੀ ਨਾਲ ਮੋਰਚਾ ਖਤਮ ਕੀਤਾ ਜਾ ਸਕੇ। ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਸਨ। ਦੀਪ ਸਿੱਧੂ ਬਾਰੇ ਅਸੀਂ ਗੱਲਬਾਤ ਸੁਣੀ ਹੈ, ਸ਼ੰਭੂ ਮੋਰਚੇ ਦੀ ਵੀ ਗੱਲਬਾਤ ਸੁਣੀ ਹੈ, ਕਿਵੇਂ ਲੱਗਿਆ, ਕਿੰਨੇ ਲਗਾਇਆ, ਕਿਉਂ ਲੱਗਿਆ, ਤੀਜੀ ਧਿਰ ਕਿਉਂ ਬਣਾਉਣਾ ਚਾਹੁੰਦੇ ਸਨ, ਸਾਰੀ ਚਰਚਾ ਹੋਈ ਹੈ। ਪੰਜਾਬ ਨਿਊਜ਼ 'ਤੇ ਬਣੇ ਰਹਿਣਾ। ਤੁਹਾਨੂੰ ਅਸੀਂ ਲਗਾਤਾਰ ਹੀ ਕਿਸਾਨੀ ਧਰਨੇ ਦੀ ਹੋਵੇ ਜਾਂ ਜਿਹੜੀ ਚੀਜ਼ ਇਹ ਸਾਜ਼ਿਸ਼ ਚੱਲਦੀ ਪਈ ਹੈ, ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕੋਲ ਸਹੀ ਖਬਰ ਲੈ ਕੇ ਆਈਏ, ਸਹੀ ਵਿਚਾਰ ਨਾਲ ਲੈ ਕੇ ਆਈਏ, ਕਿਉਂਕਿ ਜਦ ਤੱਕ ਕੋਈ ਵਿਅਕਤੀ ਨਾਲ ਨਹੀਂ ਹੁੰਦਾ ਗੱਲ ਕਰਨਾ ਵੀ ਫਜ਼ੂਲ ਹੁੰਦਾ। ਚਰਚਾ ਦੇ ਨਾਲ ਗੱਲ ਕੀਤੀ ਹੈ, ਜੋ ਸ਼ੰਭੂ ਮੋਰਚੇ ਤੋਂ ਦਿੱਲੀ ਤੱਕ ਦੀ ਗੱਲ ਸੀ ਉਹਨਾਂ ਨੇ ਰੱਖੀ ਜਿੰਨਾ ਕੋ ਇਹਨਾਂ ਨੂੰ ਪਤਾ ਸੀ। ਅਫਵਾਹਾਂ ਤੋਂ ਬਚੋ। ਵੀਡੀਓ ਸ਼ੇਅਰ ਕਰ ਦੇਣਾ, ਪੇਜ ਨੂੰ ਲਾਈਕ ਕਰ ਦੇਣਾ ਤਾਂ ਕਿ ਤੁਹਾਡੇ ਕੋਲ ਪਲ ਪਲ ਦੀ ਖਬਰ ਪਹੁੰਚਦੀ ਰਹੇ।